सत श्री अकाल जी सारिਆਂ ਨੂੰ। मैं डॉक्टर जसप्रीत सिंह भुੱਲਰ। ਅੱਜ ਆਪਾਂ जिस टॉपिक ਤੇ ਗੱਲ ਕਰਨੀ ਹੈਗੀ ਉਹ ਟੌਪਿਕ ਹੈ ਆਪਣਾ ਜਿਮ ਦੇ ਵਿੱਚ ਕਿਹੜੀਆਂ ਇੰਜਰੀਜ਼ ਹੋ ਸਕਦੀਆਂ ਨੇਗੀਆਂ। ਅੱਜ ਜਿਮ ਦੇ ਵਿੱਚ ਖੜਾ ਮੈਂ ਤਾਂ ਇੱਥੇ ਆਉਣ ਦਾ ਮਕਸਦ ਇਹੀ ਸੀਗਾ ਕਿ ਆਪਾਂ ਉਹ ਸਾਰੀਆਂ ਇੰਜਰੀਜ਼ ਨੂੰ ਕਵਰ ਕਰਕੇ ਉਹਨਾਂ ਨੂੰ ਅਵੋਇਡ ਕਰਨ ਵਾਸਤੇ ਕਿਹੜੀਆਂ ਐਕਸਰਸਾਈਜ਼ਾਂ ਕਰ ਸਕਦੇ ਆਂਗੇ ਉਹਨਾਂ ਬਾਰੇ ਡਿਸਕਸ ਕਰਾਂਗੇ ਆਪਾਂ। ਮੇਨਲੀ ਜੋ ਆਪਣਾ ਪਾਰਟ ਹੋਊਗਾ ਅੱਜ ਦੀ ਵੀਡੀਓ ਦਾ ਉਹ ਉਹਦੇ ਵਿੱਚ ਕੀ ਹੋਣਗੇ। ਸ਼ੋਲਡਰ ਇੰਜਰੀ, ਸ਼ੋਲਡਰ ਪੇਨ मतलब ਤੁਸੀਂ ਡਿਊਰਿੰਗ ਵਰਕਆਊਟ ਜਾਂ ਵਰਕਆਊਟ ਤੋਂ ਬਾਅਦ ਰਿਕਵਰੀ ਦੇ ਟਾਈਮ ਦੇ ਦੌਰਾਨ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਿਹਦੇ ਨਾਲ ਤੁਹਾਡੇ ਸ਼ੋਲਡਰ ਦੇ ਵਿੱਚ ਪੇਨ ਨਾ ਆਵੇ। ਨੈਕ ਪੇਨ ਵੀ ਕਈ ਵਾਰ ਆਉਣ ਲੱਗ ਜਾਂਦਾ ਹੈ ਡਿਊਰਿੰਗ ਐਕਸਰਸਾਈਜ਼, ਜਿਵੇਂ ਡੈਡ ਲਿਫਟ ਹੋ ਗਈਆਂ, ਕਈ ਤਰ੍ਹਾਂ ਦੀਆਂ ਇੱਦਾਂ ਲਿਫਟਸ ਨੇਗੀਆਂ ਜਿਹੜੀਆਂ ਐਕਸਰਸਾਈਜ਼ ਕਰਦੇ ਟਾਈਮ ਤੁਸੀਂ ਜੇ ਨੈਕ ਦੀ ਪੋਜੀਸ਼ਨ ਇੱਧਰ ਉੱਧਰ ਕਰਦੇ ਹੋ ਤਾਂ ਨੈਕ ਦੇ ਵਿੱਚ ਪੇਨ ਆਉਣਾ ਸ਼ੁਰੂ ਹੋ ਜਾਂਦਾ, ਇਸ ਏਰੀਆ ਦੇ ਵਿੱਚ ਪੇਨ ਆਉਣਾ ਸ਼ੁਰੂ ਹੋ ਜਾਂਦਾ। ਤੇ ਅਗਲੀ ਇੰਜਰੀ ਦੀ ਵਿੱਚ ਆਪਾਂ ਗੱਲ ਕਰਾਂਗੇ ਨੀ ਪੇਨ। ਗੋਡੇ ਦੇ ਵਿੱਚ ਜੇ ਕੋਈ ਇੰਜਰੀ ਹੁੰਦੀ ਹੈ, ਕੋਈ ਲਿਗਾਮੈਂਟ ਤੇ ਸਟ੍ਰੈਸ ਜਾਂਦਾ, ਕੋਈ ਲਿਗਾਮੈਂਟ ਤੇ ਸਟ੍ਰੈਚ ਜਾਂਦਾ ਹੈ, ਲਿਗਾਮੈਂਟ ਲੱਫ ਜਾਂਦਾ ਹੈ, ਉਹਦੇ ਕਰਕੇ ਗੋਡੇ ਦੀ ਇਨਸਟੇਬਿਲਿਟੀ ਹੋ ਜਾਂਦੀ ਆ। ਉਹ ਚੀਜ਼ਾਂ ਨਾ ਹੋਣ ਫਿਊਚਰ ਦੇ ਵਿੱਚ, ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨ ਵਾਸਤੇ ਜਿਹੜੀਆਂ ਐਕਸਰਸਾਈਜ਼ਸ ਕਰਨੀਆਂ ਚਾਹੀਦੀਆਂ ਨੇਗੀਆਂ ਉਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਮੋਸਟ ਇੰਪੋਰਟੈਂਟ ਗੱਲ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨੀ ਹੈ ਉਹ ਹੈ ਕੋਰ ਸਟੇਬਿਲਿਟੀ। ਮਤਲਬ ਜੋ ਤੁਹਾਡਾ ਕੋਰ ਹੈ ਉਹਨੂੰ ਤੁਸੀਂ ਕਿਵੇਂ ਹੈਲਥੀ ਰੱਖ ਸਕਦੇ ਹੋ। ਸਿਰਫ ਇਕੱਲਾ ਹੈਵੀ ਵੇਟ ਚੱਕਣ ਨਾਲ ਕੋਰ ਤੁਹਾਡਾ ਸਟਰੋਂਗ ਨਹੀਂ ਹੋਊਗਾ। ਜੇ ਕਹੀਏ ਕਿ ਐਬਸ ਜਾਂ ਲੋਅਰ ਬੈਕ ਦੀ ਤੁਸੀਂ ਐਕਸਰਸਾਈਜ਼ ਕਰ ਰਹੇ ਹੋ, ਡੈਡ ਲਿਫਟ ਵਗੈਰਾ ਕਰ ਰਹੇ ਹੋ, ਜ਼ਿਆਦਾ ਵੇਟ ਚੱਕ ਰਹੇ ਹੋ, ਉਹ ਵੇਟ ਚੱਕਣ ਦੇ ਨਾਲ ਤੁਸੀਂ ਆਪਦੀ ਸਪਾਈਨ ਨੂੰ ਹੈਲਥੀ ਨਹੀਂ ਰੱਖ ਸਕਦੇ, ਤੁਸੀਂ ਆਪਦੇ ਕੋਰ ਨੂੰ ਹੈਲਥੀ ਨਹੀਂ ਰੱਖ ਸਕਦੇ। ਕੁਝ ਬੋਡੀ ਵੇਟ ਐਕਸਰਸਾਈਜ਼ਸ ਹੁੰਦੀਆਂ ਨੇ, ਕੁਝ ਡੀਕੰਪਰੈਸ਼ਨ ਐਕਸਰਸਾਈਜ਼ਸ ਹੁੰਦੀਆਂ ਨੇ, ਉਹ ਐਕਸਰਸਾਈਜ਼ਸ ਵੀ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਜੇ ਤੁਸੀਂ ਆਪਦੇ ਕੋਰ ਨੂੰ ਬਿਲਕੁਲ ਸਹੀ ਰੱਖਣਾ ਚਾਹੁੰਦੇ ਹੋ। ਤਾਂ ਇਸ ਟਾਈਮ ਮੇਰੇ ਕੋਲ ਡੰਬਲਸ ਦਾ ਇੱਕ ਪੇਅਰ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਸ਼ੋਲਡਰ ਬਾਰੇ ਗੱਲ ਕਰਾਂਗੇ। ਜੇ ਇਹ ਵੀਡੀਓ ਦੇ ਵਿੱਚ ਸਾਰੇ ਟੌਪਿਕ ਤਿੰਨੇ ਕਵਰ ਹੋ ਗਏ, ਸ਼ੋਲਡਰ ਪੇਨ ਹੋ ਗਿਆ, ਨੀ ਪੇਨ ਹੋ ਗਿਆ, ਬੈਕ ਪੇਨ ਹੋ ਗਿਆ, ਜਿਮ ਦੇ ਵਿੱਚ ਕਿਉਂ ਆਉਂਦਾ ਹੈ, ਇਹ ਆਉਣ ਦੇ ਕੀ ਕਾਰਨ ਹੁੰਦੇ ਨੇ, ਇਹਨੂੰ ਕਿਵੇਂ ਅਵੋਇਡ ਕੀਤਾ ਜਾ ਸਕਦਾ, ਫਿਰ ਤਾਂ ਇੱਕ ਵੀਡੀਓ ਦੇ ਵਿੱਚ ਹੀ ਕਵਰ ਕਰਾਂਗੇ। ਜੇ ਲੱਗਦਾ ਹੋ ਕਿ ਵੀਡੀਓ ਜ਼ਿਆਦਾ ਲੰਬੀ ਹੋ ਰਹੀ ਹੈ ਫਿਰ ਇਹ ਤਿੰਨੇ ਜਿੰਨੇ ਵੀ ਇਹ ਟੌਪਿਕ ਨੇ ਪੇਨ ਵਾਲੇ ਇਹਨਾਂ 'ਤੇ ਅਲੱਗ-ਅਲੱਗ ਵੀਡੀਓਜ਼ ਬਣਾਉਂਗਾ ਮੈਂ। ਤਾਂ ਸ਼ੁਰੂਆਤ ਕਰਦੇ ਆਂਗੇ ਅੱਜ ਆਪਾਂ ਸ਼ੋਲਡਰ ਤੋਂ। ਸ਼ੋਲਡਰ ਇੱਕ ਦੇਖੋ, ਸਭ ਤੋਂ ਪਹਿਲੀ ਗੱਲ ਸਮਝੋ, ਸ਼ੋਲਡਰ ਇੱਕ ਬਾਲ ਐਂਡ ਸੌਕਟ ਜੋੜ ਹੈ। ਮਤਲਬ ਇੱਕ ਸੌਕਟ ਹੈ ਇੱਦਾਂ ਦੇ ਤਰ੍ਹਾਂ ਦਾ, ਉਹਦੇ ਵਿੱਚ ਕੋਈ ਬਾਲ ਲੱਗੀ ਹੋਈ ਹੈ, ਬਾਲ ਨੇ ਇੱਦਾਂ ਘੁੰਮਣਾ ਹੈ, ਤਾਂ ਹੀ ਇਹ ਆਪਣਾ ਫਰੀਲੀ ਜੁਆਇੰਟ ਹੋਣ ਕਰਕੇ ਚਾਰੇ ਪਾਸੇ ਆਪਾਂ ਇਹਨੂੰ ਘੁਮਾ ਸਕਦੇ ਹਾਂ। ਇੱਧਰ ਲੈ ਕੇ ਜਾ ਸਕਦੇ ਹਾਂ, ਇੱਧਰ ਨੂੰ ਲੈ ਕੇ ਜਾ ਸਕਦੇ ਹਾਂ, ਉੱਪਰ ਲੈ ਕੇ ਜਾ ਸਕਦੇ ਹਾਂ, ਪਿੱਛੇ ਨੂੰ ਲੈ ਕੇ ਜਾ ਸਕਦੇ ਹਾਂ। ਜਿਵੇਂ ਕਿ ਕੂਣੀ ਦੇ ਵਿੱਚ ਆਪਾਂ ਨਹੀਂ ਕਰ ਸਕਦੇ, ਕੂਣੀ ਸਿਰਫ ਇੱਧਰ ਨੂੰ ਮੁੜੂ, ਇੱਧਰ ਨੂੰ ਮੁੜੂ, ਜਾਂ ਪ੍ਰੋਨੇਸ਼ਨ ਸੁਪੀਨੇਸ਼ਨ, ਆਹ ਇੱਕ ਕੂਣੀ ਦੀ ਮੂਵਮੈਂਟ ਹੋਊਗੀ। ਕੂਣੀ ਹਿੰਜ ਜੁਆਇੰਟ ਹੈ, ਮਤਲਬ ਇਹ ਤੁਹਾਡਾ ਇੱਥੇ ਆ ਕੇ ਅੜ ਜਾਣਗੀਆਂ, ਹੱਡੀਆਂ ਇੱਕ ਦੂਸਰੇ ਨੂੰ ਮੂਵ ਹੋਣ ਦੀ ਜਗ੍ਹਾ ਨਹੀਂ ਦੇਣਗੀਆਂ। ਪਰ ਜੋ ਸ਼ੋਲਡਰ ਜੋੜ ਹੈਗਾ ਇਹ ਬਾਲ ਐਂਡ ਸੌਕਟ ਜੋੜ ਹੋਣ ਕਰਕੇ, ਜਿਵੇਂ ਇੱਕ ਸੌਕਟ ਹੈ, ਸੌਕਟ ਦੇ ਵਿੱਚ ਬਾਲ ਲੱਗੀ ਹੋਈ ਹੈ, ਤਾਂ ਇਹ ਕੰਪਲੀਟ ਤੁਹਾਡਾ ਮਸਲਸ ਦੇ ਸਿਰ ਤੇ ਖੜਾ ਹੈਗਾ। ਪਿੱਛੋਂ ਇੱਕ ਸਕੈਪੂਲਾ ਦੇ ਨਾਲ ਜੁੜਦਾ ਹੈਗਾ, ਆਪਣਾ ਸਕੈਪੂਲਾ ਵੀ ਹਿਊਮਰਸ ਆਹ ਹੱਡੀ ਦੇ ਨਾਲ ਜੁੜਦਾ, ਇਹਨੂੰ ਹਿਊਮਰਸ ਕਹਿੰਦੇ ਆਂਗੇ ਆਪਾਂ, ਮਗਰ ਸਕੈਪੂਲਾ ਹੋ ਜਾਂਦਾ ਹੈਗਾ। ਤਾਂ ਇਹ ਮਿਲ ਕੇ ਜਿਹੜਾ ਜੋੜ ਬਣਾਉਂਦੇ ਆ ਸ਼ੋਲਡਰ ਜੁਆਇੰਟ, ਇਹਨੂੰ ਮਸਲਸ ਨੇ ਹੀ ਸਪੋਰਟ ਕਰਕੇ ਰੱਖਣਾ ਹੁੰਦਾ, ਮਤਲਬ ਮਸਲਸ ਨੇ ਇਹਨੂੰ ਸਟੇਬਲ ਰੱਖਣਾ ਹੁੰਦਾ। ਇਹਦੇ ਵਿੱਚ ਕੋਈ ਪੇਨ ਨਾ ਆਵੇ, ਹੱਡੀਆਂ ਸਾਰੀ ਸਹੀ ਜਗ੍ਹਾ ਦੇ ਉੱਤੇ ਰਹਿਣ, ਕੋਈ ਹੱਡੀ ਆਪਦੀ ਜਗ੍ਹਾ ਤੋਂ ਇੱਧਰ ਉੱਧਰ ਨਾ ਹੋਵੇ। ਸ਼ੋਲਡਰ ਵਿੱਚ ਪੇਨ ਕਿਉਂ ਆ ਸਕਦਾ ਹੈਗਾ ਜਿਮ ਦੇ ਵਿੱਚ, ਤੁਸੀਂ ਕਿਹੜੀਆਂ ਐਕਸਰਸਾਈਜ਼ਾਂ ਨੂੰ ਤੁਹਾਨੂੰ ਧਿਆਨ ਨਾਲ ਦੇਖ ਕੇ ਕਰਨਾ ਪੈਣਾ ਗਾ, ਤਾਂ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਵਿਦਆਊਟ ਵਾਰਮ ਅਪ ਹੈਵੀ ਜਾਣਾ ਤੁਸੀਂ ਦੇਖੋ, ਇਹ ਸਭ ਤੋਂ ਵੱਡਾ ਕਾਰਨ ਹੈ ਸ਼ੋਲਡਰ ਜੁਆਇੰਟ ਪੇਨ ਦਾ। ਜੇ ਤੁਸੀਂ ਵਾਰਮ ਅਪ ਪ੍ਰੋਪਰ ਨਹੀਂ ਕਰ ਰਹੇ, ਤਾਂ ਜੇ ਤੁਸੀਂ ਫਿਰ ਵੀ ਹੈਵੀ ਲਾ ਰਹੇ ਹੋ ਤਾਂ ਸ਼ੋਲਡਰ ਪੇਨ ਆਉਣ ਦੇ ਕਾਫੀ ਜ਼ਿਆਦਾ ਚਾਂਸਸ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਹੜੀਆਂ ਐਕਸਰਸਾਈਜ਼ਸ ਦੇ ਵਿੱਚ ਕੀ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ ਤਾਂ ਕਿ ਆਪਣਾ ਸ਼ੋਲਡਰ ਦੇ ਵਿੱਚ ਪੇਨ ਨਾ ਆਵੇ। ਸ਼ੋਲਡਰ ਸ਼ਰੱਗ ਇੱਕ ਇੱਦਾਂ ਦੀ ਐਕਸਰਸਾਈਜ਼ ਹੈ ਜਿਹਦੇ ਵਿੱਚ ਜੇ ਤੁਸੀਂ ਮੂਵਮੈਂਟ ਨੂੰ ਕੰਟਰੋਲ ਨਹੀਂ ਕਰੋਗੇ ਤਾਂ ਤੁਹਾਡਾ ਸ਼ੋਲਡਰ ਡਿਸਲੋਕੇਟ ਹੋ ਸਕਦਾ ਹੈ, ਤੁਹਾਡਾ ਅਕ੍ਰੇਮੀਓ ਕਲੇਵੀਕੂਲਰ ਜੁਆਇੰਟ ਡਿਸਲੋਕੇਟ ਹੋ ਸਕਦਾ ਹੈ, ਏਸੀ ਜੁਆਇੰਟ ਜਿਹੜਾ ਤੁਹਾਡੀ ਆਹ ਵਾਲੀ ਹੱਡੀ ਇੱਧਰ ਜਾ ਕੇ ਮੋਢੇ ਦੇ ਨਾਲ ਜੁੜ ਕੇ ਬਣਾਉਂਦੀ ਹੈ ਏਸੀ ਜੁਆਇੰਟ, ਪਿੱਛੋਂ ਸਕੈਪੂਲਾ ਮੋਰ ਦੀ ਅਕਰੋਮੀਅਨ ਪ੍ਰੋਸੈਸ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਤੇ ਕਲੈਵੀਕਲ, ਇਹ ਅਕਰੋਮੀਓ ਕਲੇਵੀਕੂਲਰ ਜੁਆਇੰਟ ਬਣਾਉਂਦੀਆਂ ਨੇਗੀਆਂ। ਇਹ ਜੁਆਇੰਟ ਬਹੁਤ ਹੀ ਘੱਟ ਮੂਵ ਹੋਣ ਵਾਲਾ ਹੁੰਦਾ, ਪਰ ਜੇ ਇਹਨੂੰ ਆਪਾਂ ਓਵਰ ਸਟ੍ਰੈਚ ਦਿੰਦੇ ਰਹਿੰਦੇ ਆਂਗੇ ਤਾਂ ਇਹ ਜੁਆਇੰਟ ਡਿਸਲੋਕੇਟ ਹੋਣਾ ਸ਼ੁਰੂ ਹੋ ਜਾਂਦਾ। ਤਾਂ ਇਹ ਓਵਰਲੋਡ ਕਦੋਂ ਹੁੰਦਾ, ਜਿਸ ਟਾਈਮ ਆਪਾਂ ਸ਼ੋਲਡਰ ਸ਼ਰੱਗ ਕਰ ਰਹੇ ਹੁੰਦੇ ਆ। ਪਹਿਲੀ ਗਲਤੀ ਹੁੰਦੀ ਹੈ ਸ਼ੋਲਡਰ ਸ਼ਰੱਗ ਦੇ ਵਿੱਚ ਜੋ ਤੁਹਾਡੇ ਮੋਢੇ ਦੇ ਦਰਦ ਦਾ ਕਾਰਨ ਬਣ ਸਕਦਾ, ਭਾਵੇਂ ਤੁਸੀਂ ਰਾੜ ਨਾਲ ਲਾ ਰਹੇ ਹੋ, ਭਾਵੇਂ ਤੁਸੀਂ ਡੰਬਲ ਨਾਲ ਲਾ ਰਹੇ ਹੋ। ਤਾਂ ਇਹਦੇ ਵਿੱਚ ਜਦੋਂ ਉੱਪਰ ਨੂੰ ਜਾਊਗਾ ਉਸ ਤੋਂ ਬਾਅਦ ਨੀਚੇ ਨੂੰ ਲੋਡ ਤੋਂ ਜ਼ਿਆਦਾ ਸਟ੍ਰੈਚ ਦੇਣ ਦੇ ਉੱਤੇ ਤੁਹਾਡਾ ਏਸੀ ਜੁਆਇੰਟ ਡਿਸਲੋਕੇਟ ਹੋ ਜਾਂਦਾ। ਇਹਦੇ ਨਾਲ ਤੁਹਾਡਾ ਜੋ ਆਹ ਵਾਲਾ ਟ੍ਰੈਪੀਜ਼ੀਅਸ ਮਸਲ ਹੁੰਦਾ ਇਹ ਲੋਡ ਤੋਂ ਵੱਧ ਸਟ੍ਰੈਚ ਹੋ ਜਾਂਦਾ, ਮਤਲਬ ਇਹ ਥੱਲੇ ਨੂੰ ਚਲਾ ਜਾਂਦਾ, ਇਸ ਪੋਜੀਸ਼ਨ ਦੇ ਵਿੱਚ ਚਲਿਆ ਜਾਂਦਾ ਤੇ ਵਾਪਸ ਉੱਪਰ ਨੂੰ ਲੈ ਕੇ ਆਉਣੇ ਹੋਗੇ ਉਦੋਂ ਨਾਰਮਲ ਹੁੰਦਾ, ਪਰ ਥੱਲੇ ਨੂੰ ਜਾਣ ਵੇਲੇ ਤੁਹਾਡਾ ਏਸੀ ਜੁਆਇੰਟ ਰਿਸਕ ਦੇ ਉੱਤੇ ਹੁੰਦਾ। ਤੁਹਾਡੇ ਆਹ ਹਿੱਸੇ ਦੇ ਇੰਟੀਰੀਅਰ ਸ਼ੋਲਡਰ ਤੇ, ਸ਼ੋਲਡਰ ਦੇ ਫਰੰਟ ਵਾਲੇ ਹਿੱਸੇ ਤੇ ਕਦੋਂ ਵੀ ਦਰਦ ਸ਼ੁਰੂ ਹੋ ਸਕਦਾ ਜੇ ਤੁਸੀਂ ਐਕਸਰਸਾਈਜ਼ ਦੇ ਵਿੱਚ ਆਹ ਵਾਲੀ ਗਲਤੀ ਕਰ ਰਹੇ ਹੋ, ਲੋਡ ਤੋਂ ਵੱਧ ਥੱਲੇ ਨੂੰ ਛੱਡ ਰਹੇ ਹੋ। ਦੂਸਰੀ ਗੱਲ, ਸ਼ੋਲਡਰ ਸ਼ਰੱਗ ਦੇ ਵਿੱਚ ਕਦੇ ਵੀ ਜਿਸ ਟਾਈਮ ਆਪਾਂ ਮੂਵਮੈਂਟ ਕਰ ਰਹੇ ਹੁੰਦੇ ਆ ਉਦੋਂ ਨੈਕ ਨੂੰ ਇੱਕ ਜਗ੍ਹਾ ਤੇ ਸਟੇਬਲ ਰੱਖਣਾ ਹੁੰਦਾ, ਪਰ ਜ਼ਿਆਦਾਤਰ ਮੈਂ ਦੇਖਦਾ ਹੁੰਦਾ ਜਿਮ ਦੇ ਵਿੱਚ ਕਿ ਆਹ ਪੋਜੀਸ਼ਨ ਚੱਲ ਰਹੀ ਹੁੰਦੀ ਹੈ।
ਥੱਲੇ ਨੂੰ ਜਾਣ ਵੇਲੇ, ਉੱਪਰ ਨੂੰ ਜਾਣ ਵੇਲੇ ਇਦਾਂ ਇਦਾਂ ਇਦਾਂ। ਇਹਦੇ ਵਿੱਚ ਜੋ ਤੁਸੀਂ ਨੈਕ ਨੂੰ ਐਕਸਟੈਂਡ ਕਰ ਦਿੱਤਾ ਤਾਂ ਤੁਸੀਂ ਪਹਿਲੀ ਮਸਲ ਦੀ ਆਪਦੇ ਦੀ ਲੈਂਥ ਘਟਾਤੀ। ਤੁਸੀਂ ਟ੍ਰੈਪੀਜ਼ੀਅਸ ਨੂੰ ਸਕੁਈਜ਼ ਕਰਨਾ ਹੈ, ਮਤਲਬ ਸਕੁਈਜ਼ ਕਰਕੇ ਤੁਸੀਂ ਲੈਂਥ ਘਟਾਉਣੀ ਹੈ, ਨਾ ਕਿ ਤੁਸੀਂ ਨੈਕ ਨੂੰ ਮੂਵ ਕਰਕੇ ਲੈਂਥ ਘਟਾਉਣੀ ਹੈ। ਇਹ ਥੋੜਾ ਸੌਖਾ ਹੋ ਜਾਂਦਾ। ਜਿਵੇਂ ਆਪਾਂ ਜਾਣਦੇ ਹਾਂ ਕਿ ਹਿਊਮਨ ਨੇਚਰ ਹੈ, ਬਾਡੀ ਥੋੜਾ ਕੰਫਰਟੇਬਲ ਜ਼ੋਨ ਨੂੰ ਲੱਭਦੀ ਹੈ, ਤਾਂ ਜਿਸ ਟਾਈਮ ਆਪਾਂ ਉੱਪਰ ਚੱਕ ਰਹੇ ਹੁੰਦੇ ਹਾਂ ਵੇਟ ਨੂੰ, ਉਸ ਟਾਈਮ ਸਿੱਧੀ ਨੈਕ ਰੱਖਣ ਦੀ ਬਜਾਏ ਆਟੋਮੈਟਿਕਲੀ ਇਦਾਂ ਆ ਜਾਂਦੀ ਹੈ। ਇਹ ਪੋਜੀਸ਼ਨ ਦੇ ਵਿੱਚ ਜੇ ਤੁਸੀਂ ਸ਼ੋਲਡਰ ਸ਼ਰਗ ਕਰ ਰਹੇ ਹੋ ਫਿਰ ਵੀ ਤੁਹਾਨੂੰ ਮੋਢੇ ਦਾ ਦਰਦ ਜਾਂ ਗਰਦਨ ਦਾ ਦਰਦ ਆਉਣ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਆ। ਇਨਫੈਕਟ ਜੇ ਇਹ ਗਲਤੀ ਕਈ ਵਾਰ ਬਹੁਤ ਹੈਵੀ ਵੇਟ ਦੇ ਉੱਤੇ ਹੋ ਜਾਵੇ ਤਾਂ ਮਣਕਿਆਂ ਦੇ ਵਿੱਚ ਸਰਵਾਈਕਲ ਲੈਵਲ ਦੇ ਉੱਤੇ ਕਿਸੇ ਵੀ ਮਣਕੇ ਦੇ ਵਿੱਚ ਦਬਾਅ ਪੈਦਾ ਹੋ ਸਕਦਾ ਹੈ, ਡਿਸਕ ਦੇ ਉੱਤੇ ਦਬਾਅ ਪੈਦਾ ਹੋ ਸਕਦਾ ਹੈ, ਜਿਹਦੇ ਨਾਲ ਨਸ ਦੇ ਨਰਵ ਕੰਪਰੈਸ ਹੋ ਸਕਦੀ ਹੈ ਤੇ ਤੁਹਾਡੀਆਂ ਬਾਹਾਂ ਦੇ ਵਿੱਚ ਸੈਂਸੇਸ਼ਨ ਘਟ ਸਕਦੀ ਹੈ ਜਾਂ ਫਿਰ ਬਾਹਾਂ ਕੰਮ ਕਰਨੀਆਂ ਛੱਡ ਸਕਦੀਆਂ ਨੇ। ਤਾਂ ਇਹ ਗੱਲ ਦਾ ਧਿਆਨ ਰੱਖਣਾ ਤੁਸੀਂ। ਦੂਸਰੀ ਸ਼ੋਲਡਰ ਪ੍ਰੈਸ ਦੇ ਵਿੱਚ ਉਹ ਕਿਹੜੀ ਗਲਤੀ ਹੈ ਜਿਹਦੇ ਕਰਕੇ ਸ਼ੋਲਡਰ ਪੇਨ ਆ ਸਕਦਾ ਹੈ? ਜਦੋਂ ਆਪਾਂ ਸ਼ੋਲਡਰ ਪ੍ਰੈਸ ਨੂੰ ਰਾਡ ਦੇ ਨਾਲ ਬਿਹਾਈਂਡ ਦਾ ਨੈਕ ਲਗਾਉਨੇ ਆ। ਬਿਹਾਈਂਡ ਦਾ ਨੈਕ ਬਹੁਤ ਹੀ ਅਨਸੇਫ ਐਕਸਰਸਾਈਜ਼ ਹੈ। ਇਹਦੇ ਵਿੱਚ ਤੁਹਾਡਾ ਸ਼ੋਲਡਰ ਪੂਰਾ ਰਿਸਕ ਤੇ ਹੁੰਦਾ। ਜੇ ਤੁਸੀਂ ਜ਼ਿਆਦਾ ਡੀਪ ਹੱਥ ਲੈ ਕੇ ਜਾਂਦੇ ਹੋ ਉਸ ਟਾਈਮ ਤੁਹਾਨੂੰ ਇੰਜਰੀ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ। 200-300% ਚਾਂਸਸ ਹੁੰਦੇ ਆ ਕਿ ਤੁਹਾਨੂੰ ਇੰਜਰੀ ਹੋਣੀ ਹੀ ਹੋਣੀ ਹੈ ਜਿਸ ਟਾਈਮ ਤੁਸੀਂ ਜ਼ਿਆਦਾ ਡੀਪ ਚਲੇ ਗਏ। ਇਸ ਦੇ ਵਿੱਚ ਜ਼ਿਆਦਾਤਰ ਉੱਪਰ ਨੂੰ ਜਾਣ ਵੇਲੇ ਠੀਕ ਹੁੰਦਾ, ਇੱਥੇ ਰੱਖਣ ਤੇ ਕੋਈ ਪ੍ਰੈਸ਼ਰ ਨਹੀਂ ਹੋਊਗਾ, ਪਰ ਜਦੋਂ ਥੱਲੇ ਨੂੰ ਆਉਣਾ, ਜਦੋਂ ਤੁਸੀਂ ਸ਼ੋਲਡਰ ਦੇ ਪਿੱਛੇ ਲੈ ਕੇ ਆ ਰਹੇ ਹੋ ਤਾਂ ਇਸ ਤੋਂ ਜ਼ਿਆਦਾ ਨੀਚੇ ਨਾ ਲੈ ਕੇ ਆਓ। ਆਪਣੇ ਹੈੱਡ ਦੇ ਬਰਾਬਰ ਰਾਡ ਨੂੰ ਰੱਖੋ, ਉਸ ਤੋਂ ਬਾਅਦ ਉੱਪਰ ਨੂੰ ਲੈ ਜਾਓ। ਜੇ ਬਹੁਤ ਜ਼ਿਆਦਾ ਨੀਚੇ ਇੱਥੇ ਤੱਕ ਲੈ ਕੇ ਆਉਂਦੇ ਹੋਗੇ ਤੁਸੀਂ ਤਾਂ ਸ਼ੋਲਡਰ ਤੁਹਾਡਾ ਰਿਸਕ ਦੇ ਉੱਤੇ ਹੁੰਦਾ ਹੈ। ਰੋਟੇਟਰ ਮਸਲ ਤੁਹਾਡੇ ਬਿਲਕੁਲ ਕੰਟਰੋਲ ਤੋਂ ਬਾਹਰ ਹੁੰਦੇ ਨੇ ਤਾਂ ਉਸ ਟਾਈਮ ਤੁਹਾਡੇ ਕੋਈ ਵੀ ਮਸਲ ਇੰਜਰੀ, ਕੋਈ ਵੀ ਲਿਗਾਮੈਂਟ ਇੰਜਰੀ ਜਾਂ ਕੋਈ ਵੀ ਟੈਂਡਨ ਇੰਜਰੀ ਹੋ ਸਕਦੀ ਹੈ। ਦੂਸਰੀ ਗੱਲ ਹੈ ਸ਼ੋਲਡਰ ਪ੍ਰੈਸ ਜਦੋਂ ਡੰਬਲ ਨਾਲ ਕਰ ਰਹੇ ਹੁੰਦੇ ਆ ਤਾਂ ਜ਼ਿਆਦਾਤਰ ਦੇਖਦਾ ਮੈਂ ਕਿ ਸ਼ੋਲਡਰ ਨੂੰ ਐਲਬੋ ਨੂੰ ਖੋਲ ਕੇ ਰੱਖਿਆ ਜਾਂਦਾ ਹੈ। ਆਹ ਪੋਜੀਸ਼ਨ ਦੇ ਵਿੱਚ ਇੱਥੋਂ ਇਦਾਂ ਕਰਿਆ ਜਾਂਦਾ ਹੈ ਸ਼ੋਲਡਰ ਪ੍ਰੈਸ ਨੂੰ। ਇਹ ਬਿਲਕੁਲ ਗਲਤ ਹੈ। ਇਹ ਵੀ ਸ਼ੋਲਡਰ ਪੇਨ ਦਾ ਬਹੁਤ ਵੱਡਾ ਕਾਰਨ ਹੈ ਕਿ ਜਿਸ ਟਾਈਮ ਆਪਾਂ ਥੱਲੇ ਆ ਰਹੇ ਹੁੰਦੇ ਆ, ਬਾਹਾਂ ਕੂਣੀਆਂ ਪਿੱਛੇ ਨੂੰ ਹੋਣ, ਉਦੋਂ ਵੀ ਸ਼ੋਲਡਰ ਦੇ ਜਿਹੜੇ ਰੋਟੇਟਰ ਮਸਲਸ ਹੁੰਦੇ ਨੇ, ਐਕਸਟਰਨਲ ਰੋਟੇਟਰ, ਇੰਟਰਨਲ ਰੋਟੇਟਰ, ਉਹ ਮਸਲ ਪੂਰੇ ਰਿਸਕ ਦੇ ਉੱਤੇ ਹੁੰਦੇ ਨੇ ਕਿ ਉਹਨਾਂ ਦੇ ਵਿੱਚ ਕੋਈ ਵੀ ਡੈਮੇਜ ਹੋ ਸਕਦਾ ਹੈ। ਤਾਂ ਇਹ ਸਾਰੇ ਸਿੰਪਟਮਸ ਨੂੰ ਤੁਸੀਂ ਕਿਵੇਂ ਅਵੋਇਡ ਕਰ ਸਕਦੇ ਹੋ, ਇਹਨਾਂ ਨੂੰ ਫਿਕਸ ਕਿਵੇਂ ਕਰ ਸਕਦੇ ਹੋ? ਇਹਦੇ ਵਿੱਚ ਜਿਵੇਂ ਸ਼ਰਗ ਦੇ ਵਿੱਚ ਦੱਸਿਆ ਕਿ ਨੀਚੇ ਨੂੰ ਸ਼ੋਲਡਰ ਪੂਰਾ ਨਹੀਂ ਲੈ ਕੇ ਜਾਣਾ, ਥੋੜਾ ਨੀਚੇ ਲੈ ਕੇ ਆਓ ਜਿੱਥੇ ਤੱਕ ਤੁਸੀਂ ਕੰਟਰੋਲ ਕਰ ਸਕਦੇ ਹੋ। ਸਟ੍ਰੈਚ ਜ਼ਿਆਦਾ ਨਾ ਫੀਲ ਹੋਵੇ। ਜਿਵੇਂ ਆਪਣੀ ਇੱਕ ਥਿਉਰੀ ਹੁੰਦੀ ਹੈ ਕਿ ਮਸਲ ਨੂੰ ਸਟ੍ਰੈਚ ਕਰੋ ਫਿਰ ਸਕੂਈਜ਼ ਕਰੋ, ਉਹਦੇ ਨਾਲ ਮਸਲ ਜ਼ਿਆਦਾ ਬੜਾ ਹੋ। ਇਦਾਂ ਨਹੀਂ ਹੁੰਦਾ। ਕਈ ਵਾਰ ਓਵਰ ਸਟ੍ਰੈਚਿੰਗ ਕਰਨ ਦੇ ਨਾਲ ਮਸਲ ਟੁੱਟ ਵੀ ਜਾਂਦਾ ਹੁੰਦਾ ਤੇ ਮਸਲ ਟੁੱਟਿਆ ਹੋਇਆ ਛੇਤੀ ਰਿਕਵਰ ਨਹੀਂ ਹੁੰਦਾ। ਹੱਡੀ ਟੁੱਟੀ ਹੋਈ 3 ਮਹੀਨਿਆਂ 'ਚ ਜੁੜ ਜਾਂਦੀ ਹੈ, ਪਰ ਮਸਲ ਟੁੱਟਿਆ ਹੋਇਆ ਕਈ ਸਾਲ ਲੈ ਲੈਂਦਾ ਜੁੜਨ ਦੇ ਵਿੱਚ ਕਈ ਵਾਰ। ਤਾਂ ਕੋਸ਼ਿਸ਼ ਕਰਨੀ ਆਪਾਂ ਓਵਰ ਸਟ੍ਰੈਚ ਨਹੀਂ ਕਰਨਾ, ਜੁਆਇੰਟਸ ਨੂੰ ਜੋੜਾਂ ਨੂੰ ਡਿਸਲੋਕੇਟ ਨਹੀਂ ਹੋਣ ਦੇਣਾ। ਉਨਾ ਕੁ ਸਟ੍ਰੈਚ ਰੱਖੋ ਜਿੰਨਾ ਕੁ ਸਟ੍ਰੈਚ ਤੁਸੀਂ ਝੱਲ ਸਕਦੇ ਹੋ। ਥੱਲੇ ਨੂੰ ਲੈ ਕੇ ਜਾਓ ਇੱਥੇ ਤੱਕ, ਫਿਰ ਵਾਪਸ ਉੱਪਰ ਲੈ ਕੇ ਆਓ। ਨੈਕ ਦੀ ਪੋਜੀਸ਼ਨ ਦਾ ਧਿਆਨ ਰੱਖੋ, ਇੱਥੇ ਰੱਖੋ, ਅੱਗੇ ਨਾ ਕਰੋ। ਤੇ ਸ਼ੋਲਡਰ ਪ੍ਰੈਸ ਦੇ ਵਿੱਚ ਵੀ ਕੋਸ਼ਿਸ਼ ਕਰੋ ਕਿ ਰਾਡ ਨਾਲ ਲਾਓ, ਫਰੰਟ ਰਾਡ ਰੱਖੋ। ਜਿਸ ਟਾਈਮ ਤੁਸੀਂ ਸ਼ੋਲਡਰ ਪ੍ਰੈਸ ਕਰ ਰਹੇ ਹੋ ਉਸ ਟਾਈਮ ਉੱਪਰ ਜਾਓਗੇ ਨਾਰਮਲ, ਥੱਲੇ ਆਉਣ ਵੇਲੇ ਕੂਣੀਆਂ ਤੁਹਾਡੀਆਂ ਅੱਗੇ ਹੋਣੀਆਂ ਚਾਹੀਦੀਆਂ। ਦੇਖੋ ਕੂਣੀਆਂ ਇੱਥੇ ਹੋਣੀਆਂ ਚਾਹੀਦੀਆਂ, ਇੱਥੇ ਨਹੀਂ ਹੋਣੀਆਂ ਚਾਹੀਦੀਆਂ। ਜੇ ਇਸ ਜਗ੍ਹਾ ਤੇ ਨੇ ਕੂਣੀਆਂ ਤਾਂ ਸਿਰਫ ਤੁਹਾਡੀ ਚੈਸਟ ਤੇ ਸ਼ੋਲਡਰ ਵਰਕ ਕਰ ਰਹੇ ਨੇ। ਇਹਦੇ ਵਿੱਚ ਤੁਹਾਡੇ ਰੋਟੇਟਰ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਨਹੀਂ ਜਾ ਰਿਹਾ, ਰੋਟੇਟਰ ਤੁਹਾਡੇ ਸਟ੍ਰੈਚ ਨਹੀਂ ਹੋ ਰਹੇ ਇਸ ਪੋਜੀਸ਼ਨ ਦੇ ਵਿੱਚ। ਸੇਮ ਹੀ ਤੁਸੀਂ ਡੰਬਲ ਪ੍ਰੈਸ ਦੇ ਵਿੱਚ ਕਰਨਾ ਹੈ ਕਿ ਜਦੋਂ ਡੰਬਲ ਪ੍ਰੈਸ ਕਰਨਾ ਥੱਲੇ ਨੂੰ ਬਾਹਾਂ ਜਿਵੇਂ ਥੱਲੇ ਨੂੰ ਆਉਂਦੀਆਂ ਜਾਣਗੀਆਂ ਉਵੇਂ ਅੱਗੇ ਨੂੰ ਆਉਣਗੀਆਂ। ਇਸ ਪੋਜੀਸ਼ਨ ਦੇ ਵਿੱਚ ਨੀਚੇ ਨੂੰ ਆਉਣਗੀਆਂ ਬਾਹਾਂ, ਅੱਗੇ ਨੂੰ ਆਉਣਗੀਆਂ। ਤਾਂ ਇਹਦੇ ਵਿੱਚ ਤੁਸੀਂ ਥੱਲੇ ਵੀ ਪੂਰਾ ਲਿਆ ਕੇ ਵਾਪਸ ਉੱਪਰ ਚੱਕੋਗੇ, ਤੁਹਾਨੂੰ ਖੁਦ ਫੀਲ ਹੋ ਜਾਣਾ ਕਿ ਸ਼ੋਲਡਰ ਦੇ ਉੱਤੇ ਕਿੰਨਾ ਲੋਡ ਆਉਂਦਾ ਹੁੰਦਾ ਹੈ। ਸਿਰਫ ਤੇ ਸਿਰਫ ਇਕੱਲੇ ਸ਼ੋਲਡਰ ਦੇ ਇਸ ਏਰੀਆ ਦੇ ਉੱਤੇ ਹੀ ਤੁਹਾਨੂੰ ਬਰਨਿੰਗ ਮਹਿਸੂਸ ਹੋਊਗੀ। ਅਗਲਾ ਜੋ ਸ਼ੋਲਡਰ ਜੁਆਇੰਟ ਦੇ ਵਿੱਚ ਦਰਦ ਆਉਣ ਦਾ ਕਾਰਨ ਹੈ ਉਹ ਹੈ ਰੋਟੇਟਰ ਦੀ ਟ੍ਰੇਨਿੰਗ। ਮੇਰੇ ਕੋਲੇ ਜੇ 100 ਪੇਸ਼ੈਂਟ ਸ਼ੋਲਡਰ ਪੇਨ ਦਾ ਆ ਰਿਹਾ ਤਾਂ ਉਹਦੇ ਵਿੱਚੋਂ ਲਗਭਗ 70-80 ਪੇਸ਼ੈਂਟ ਇਦਾਂ ਦੇ ਹੁੰਦੇ ਆ ਜਿਹੜੇ ਆਪਣੇ ਰੋਟੇਟਰ ਕਫ ਦੀ ਟ੍ਰੇਨਿੰਗ ਗਲਤ ਕਰ ਰਹੇ ਹੁੰਦੇ ਆ। ਰੋਟੇਟਰ ਦੀ ਟ੍ਰੇਨਿੰਗ ਵਾਸਤੇ ਇੱਕੋ ਐਕਸਰਸਾਈਜ਼ ਬਹੁਤ ਕਾਫੀ ਹੈ ਜਿਹਦੇ ਨਾਲ ਤੁਸੀਂ ਸਹੀ ਤਰੀਕੇ ਨਾਲ ਆਪਣੇ ਰੋਟੇਟਰ ਕਫ, ਐਕਸਟਰਨਲ ਰੋਟੇਟਰ, ਇੰਟਰਨਲ ਰੋਟੇਟਰ ਤੇ ਰਿਟਰੈਕਟਰ, ਜਿਨ੍ਹਾਂ ਨੇ ਆਪਣੀ ਆਹ ਵਾਲੀ ਮੂਵਮੈਂਟ ਕਰਨੀ ਹੁੰਦੀ ਹੈ, ਰੋਹਮਬਾਇਡ ਮਸਲ ਹੁੰਦਾ ਜਿਹੜਾ, ਉਹਨੂੰ ਤੁਸੀਂ ਟ੍ਰੇਨ ਕਰ ਸਕਦੇ ਹੋ ਸਿਰਫ ਇੱਕ ਐਕਸਰਸਾਈਜ਼ ਦੇ ਨਾਲ। ਪਰ ਇਹਦੇ ਵਿੱਚ ਪਹਿਲਾਂ ਮੈਂ ਦੱਸਦਾ ਕਿ ਗਲਤੀਆਂ ਕਿਹੜੀਆਂ ਜ਼ਿਆਦਾ ਹੁੰਦੀਆਂ ਨੇ। ਸ਼ੋਲਡਰ ਦੇ ਵਾਰਮ ਅਪ ਦੇ ਵਿੱਚ ਆਹ ਵਾਲੀ ਮੂਵਮੈਂਟ ਕਰਨੀ ਹੈ ਜੋ ਇਹ ਸਭ ਤੋਂ ਵੱਡੀ ਗਲਤੀ ਹੈ। ਇਹਦੇ ਵਿੱਚ ਤੁਹਾਡਾ ਸ਼ੋਲਡਰ ਦੇ ਵਿੱਚ ਸਿਰਫ ਕੱਲੀ ਮੂਵਮੈਂਟ ਹੋ ਰਹੀ ਹੈ, ਕਿਸੇ ਵੀ ਮਸਲ ਦਾ ਜ਼ੋਰ ਨਹੀਂ ਲੱਗ ਰਿਹਾ। ਇਹਦੇ ਵਿੱਚ ਮਸਲ ਦਾ ਜ਼ੋਰ ਲੱਗ ਰਿਹਾ ਫੋਰ ਆਰਮ ਦਾ ਤੇ ਬਾਈਸੈਪ ਦਾ। ਜਿਸ ਟਾਈਮ ਤੁਸੀਂ ਆਹ ਮੂਵਮੈਂਟ ਕਰਦੇ ਹੁੰਦੇ ਹੋ ਸੇਮ ਹੀ ਇਹ ਬਸ ਤੁਸੀਂ ਇੱਥੇ ਰੋਕ ਕੇ ਇਹਨੂੰ ਬਾਹਰ ਨੂੰ ਲੈ ਕੇ ਜਾ ਰਹੇ ਹੋ, ਅੰਦਰ ਨੂੰ ਲੈ ਕੇ ਆ ਰਹੇ ਹੋ। ਇਹਦੇ ਵਿੱਚ ਸ਼ੋਲਡਰ ਦੀ ਕੋਈ ਇਨਵੋਲਵਮੈਂਟ ਨਹੀਂ। ਸਿਰਫ ਸ਼ੋਲਡਰ ਨੂੰ ਚਾਹੇ ਤੁਸੀਂ ਬਿਨਾਂ ਡੰਬਲ ਚੱਕੇ ਐਂ ਕਰ ਲਓ, ਚਾਹੇ ਡੰਬਲ ਚੱਕ ਕੇ ਐਂ ਕਰ ਲਓ, ਇੱਕੋ ਹੀ ਗੱਲਬਾਤ ਹੈ। ਟ੍ਰੇਨ ਇਹਦੇ ਨਾਲ ਤੁਹਾਡੀ ਫੋਰ ਆਰਮ ਤੇ ਬਾਈਸੈਪ ਨੇ ਹੋਣਾ ਹੁੰਦਾ, ਨਾ ਕਿ ਤੁਹਾਡੇ ਸ਼ੋਲਡਰ ਨੇ। ਇਹ ਸ਼ੋਲਡਰ ਦਾ ਵਾਰਮ ਅਪ ਨਹੀਂ ਹੈ। ਬਾਕੀ ਵਾਰਮ ਅਪ ਦੇ ਉੱਤੇ ਇੱਕ ਅਲੱਗ ਵੀਡੀਓ ਬਣਾਉਂਗਾ ਕਿ ਕਿਵੇਂ ਵਾਰਮ ਅਪ ਕਰੀਦੇ ਹੁੰਦੇ ਆ। ਹਰੇਕ ਮਸਲ ਨੂੰ ਟ੍ਰੇਨ ਕਰਨ ਤੋਂ ਪਹਿਲਾਂ ਮੋਟਾ ਮੈਂ ਦੱਸ ਦਿੰਦਾ ਕਿ ਜਦੋਂ ਕਿਸੇ ਵੀ ਮਸਲ ਨੂੰ ਟ੍ਰੇਨ ਕਰਨਾ ਹੋਵੇ ਤੁਸੀਂ
ਤਾਂ ਕੋਈ ਫਲੈਕਸੀਬਿਲਿਟੀ ਐਕਸਰਸਾਈਜ਼ਸ ਦੀ ਨਹੀਂ ਲੋੜ ਹੁੰਦੀ ਕਿ ਓਵਰ ਫਲੈਕਸੀਬਲ ਕਰ ਰਹੇ ਹੋ। ਹਾਂ ਜੇ ਜੁਆਇੰਟ ਹਿੱਲ ਹੀ ਨਹੀਂ ਰਿਹਾ, ਪਿੱਛੇ ਨੂੰ ਹੱਥ ਹੀ ਨਹੀਂ ਜਾ ਰਿਹਾ, ਫਿਰ ਤੁਸੀਂ ਫਲੈਕਸੀਬਿਲਿਟੀ ਐਕਸਰਸਾਈਜ਼ ਕਰੋਗੇ। ਪਰ ਜੇ ਤੁਹਾਡੀ ਰੇਂਜ ਆਫ ਮੋਸ਼ਨ ਵਧੀਆ, ਹੱਥ ਪਿੱਛੇ ਨੂੰ ਖੁੱਲ ਰਹੇ ਨੇ, ਚੰਗੀ ਰੇਂਜ ਹੈਗੀ ਹੈ ਜੁਆਇੰਟ ਦੀ, ਫਿਰ ਤੁਸੀਂ ਵਾਰਮ ਅਪ ਦੇ ਵਿੱਚ ਕਦੇ ਵੀ ਫਲੈਕਸੀਬਿਲਿਟੀ ਐਕਸਰਸਾਈਜ਼ ਨਾ ਕਰੋ। ਆਪਣਾ weight ਥੋੜੇ ਤੋਂ ਸਟਾਰਟ ਕਰੋ। ਮਤਲਬ ਜਿਵੇਂ ਸ਼ੋਲਡਰ ਦਾ ਐਕਸਰਸਾਈਜ਼ ਕਰਨੀ ਹੈ, ਸ਼ੋਲਡਰ ਦਾ ਵਾਰਮ ਅਪ ਕੀ ਹੋ ਗਿਆ, ਆਹ ਵਾਲੀ ਐਕਸਰਸਾਈਜ਼ ਸ਼ੋਲਡਰ ਪ੍ਰੈਸ ਕਰੂੰਗਾ ਪਹਿਲਾਂ ਮੈਂ ਬਿਲਕੁਲ ਲਾਈਟ weight ਤੇ, ਸ਼ੋਲਡਰ ਅਬਡਕਸ਼ਨ ਕਰੂੰਗਾ ਲਾਈਟ weight ਤੇ, ਐਕਸਟਰਨਲ ਰੋਟੇਟਰ ਕਰੂੰ ਲਾਈਟ weight ਦੇ ਉੱਤੇ, ਰਿਟਰੈਕਟਰ ਕਰੂੰਗਾ, ਪੋਸਟੀਰੀਅਰ ਸ਼ੋਲਡਰ ਕਰੂੰਗਾ, ਸਾਰੀਆਂ ਚੀਜ਼ਾਂ ਨੂੰ ਮੈਂ ਲਾਈਟ weight ਦੇ ਉੱਤੇ ਕਰੂੰਗਾ। ਫਿਰ ਹੌਲੀ ਹੌਲੀ ਉਹਨਾਂ ਨੂੰ ਪ੍ਰੋਗਰੈਸ ਕਰਕੇ ਮੈਂ ਵਧਾਊਂਗਾ। ਇਹ ਤੁਹਾਡਾ ਪ੍ਰੋਪਰ ਵਾਰਮ ਅਪ ਹੋ ਗਿਆ ਤੇ ਪ੍ਰੋਪਰ ਤੁਹਾਡਾ ਪ੍ਰੋਗਰੈਸਿਵ ਓਵਰਲੋਡ ਹੋ ਗਿਆ, ਜਿਹਦੇ ਨਾਲ ਤੁਹਾਨੂੰ ਪਤਾ ਵੀ ਲੱਗੂ ਕਿ ਤੁਸੀਂ ਕਿੰਨਾ ਕੁ ਵਜਨ ਆਪਣਾ ਇਨਕਰੀਜ਼ ਹੋ ਰਿਹਾ, ਤੁਹਾਡੀ ਕਪੈਸਿਟੀ ਇਨਕਰੀਜ਼ ਹੋ ਰਹੀ ਹੈ ਵਜਨ ਚੱਕਣ ਦੀ ਜਾਂ ਨਹੀਂ ਹੋ ਰਹੀ। ਤਾਂ ਰੋਟੇਟਰ ਦੀ ਟ੍ਰੇਨਿੰਗ ਦੇ ਵਿੱਚ ਆਹ ਵਾਲੀ ਐਕਸਰਸਾਈਜ਼ ਕਰਨੀ ਛੱਡ ਦਿਓ ਕਿ ਡੰਬਲ ਦੇ ਇਦਾਂ ਫੜ ਕੇ ਐਕਸਰਸਾਈਜ਼ ਕਰ ਰਹੇ ਹੋ ਤੁਸੀਂ। ਤੇ ਜੇ ਇਹ ਡੰਬਲ ਨਾਲ ਐਕਸਰਸਾਈਜ਼ ਕਰਨਾ ਸ਼ੋਲਡਰ ਦਾ ਵਾਰਮ ਅਪ, ਤਾਂ ਇਸ ਪੋਜੀਸ਼ਨ ਦੇ ਵਿੱਚ ਆ ਕੇ ਤੁਸੀਂ ਇਦਾਂ ਕਰਨਾ ਹੈ, ਆਹ ਪੋਜੀਸ਼ਨ ਦੇ ਵਿੱਚ। ਇਹਦੇ ਵਿੱਚ ਤੁਹਾਡੀ ਕੂਣੀ ਇੱਕ ਜਗ੍ਹਾ ਤੇ ਸਟੇਬਲ ਰਹੂਗੀ, ਪਿੱਛੇ ਨੂੰ ਨਹੀਂ ਬਹੁਤ ਲੈ ਕੇ ਆਣੀ ਕੂਣੀ, ਬਹੁਤੀ ਅੱਗੇ ਨੂੰ ਨਹੀਂ ਰੱਖਣੀ, ਬਿਲਕੁਲ ਨਾਰਮਲ ਜੀ ਰੱਖਣੀ, ਜਿੱਥੇ ਤੱਕ ਈਜ਼ੀਲੀ ਲੈ ਕੇ ਜਾਂਦੇ ਹੋ। ਮੋਢੇ ਦੇ ਲੈਵਲ ਤੇ ਡੰਬਲ ਹੋਣਗੇ, ਡੰਬਲ ਇੱਥੇ ਤੱਕ ਜਾਣਗੇ, ਪੂਰਾ ਇੱਥੇ ਨਹੀਂ ਲੈ ਕੇ ਜਾਣਾ, ਇੱਥੇ ਤੱਕ ਜਾਣਗੇ ਫਿਰ ਨੀਚੇ ਆਉਣਗੇ, ਨੀਚੇ ਜਿੱਥੇ ਤੱਕ ਆਉਂਦੀ ਹੈ ਬਾਂਹ ਉੱਥੇ ਤੱਕ ਢਿੱਲਾ ਛੱਡ ਦੇਣਾ, ਫਿਰ ਉੱਪਰ ਇੱਥੇ ਤੱਕ, ਫਿਰ ਨੀਚੇ। ਇਹ ਤੁਹਾਡੇ ਐਕਸਟਰਨਲ ਰੋਟੇਟਰ ਕੰਮ ਕਰ ਰਹੇ ਹੁੰਦੇ ਆ ਇਸ ਮੂਵਮੈਂਟ ਦੇ ਵਿੱਚ। ਜਦੋਂ ਤੁਸੀਂ ਇਹ ਮੂਵਮੈਂਟ ਕਰ ਰਹੇ ਹੋ, ਜਦੋਂ ਆਹ ਕਰ ਰਹੇ ਹੋ, ਉਦੋਂ ਬਿਲਕੁਲ ਨਹੀਂ ਕੰਮ ਕਰ ਰਹੇ ਤੁਹਾਡੇ ਐਕਸਟਰਨਲ ਰੋਟੇਟਰ ਮਸਲ ਦੀ ਟ੍ਰੇਨਿੰਗ ਵਾਸਤੇ ਜਿਹੜੀ ਇੱਕੋ ਇੱਕ ਐਕਸਰਸਾਈਜ਼ ਹੈ ਉਹ ਹੈ ਫੇਸ ਪੁੱਲ। ਫੇਸ ਪੁੱਲ ਨੂੰ ਤੁਸੀਂ ਕਿਹੜੇ ਤਰੀਕੇ ਨਾਲ ਲਾਉਣਾ, ਕਿਵੇਂ ਲਾਉਣਾ, ਤਾਂ ਕਿ ਤੁਹਾਡੇ ਸ਼ੋਲਡਰ ਦੇ ਵਿੱਚ ਕੋਈ ਪੇਨ ਨਾ ਹੋਵੇ, ਕੋਈ ਇੰਜਰੀ ਨਾ ਹੋਵੇ। ਦੇਖੋ ਇੰਜਰੀ ਕਦੋਂ ਹੁੰਦੀ ਹੈ, ਜਦੋਂ ਤੁਸੀਂ ਵਜਨ ਆਪਦਾ ਲੋਡ ਤੋਂ ਵੱਧ ਚੱਕਿਆ ਹੋਇਆ, ਮੰਨ ਲਓ ਤੁਸੀਂ ਪਹਿਲੀ ਵਾਰ ਹੈਵੀ ਉਹ weight ਤੇ ਐਕਸਰਸਾਈਜ਼ ਕਰ ਰਹੇ ਹੋ ਜਿਹੜੇ weight ਤੇ ਤੁਸੀਂ ਪਹਿਲਾਂ ਕਦੇ ਐਕਸਰਸਾਈਜ਼ ਨਹੀਂ ਕਰੀ। ਤਾਂ ਜੇ ਤਾਂ ਤੁਹਾਡਾ ਸ਼ੋਲਡਰ ਹੋ ਗਿਆ, ਐਬਸ ਹੋ ਗਏ, ਕੋਰ ਹੋ ਗਿਆ, ਤੁਹਾਡੇ ਹਿਪ ਜੁਆਇੰਟ ਹੋ ਗਏ, ਤੁਹਾਡੇ ਗੋਡੇ ਹੋ ਗਏ, ਇਹਨਾਂ ਦੀ ਸਟੇਬਿਲਿਟੀ ਵਧੀਆ, ਤਾਂ ਤੁਸੀਂ ਜੇ 2-4 ਕਿਲੋ ਉਸ ਤੋਂ ਵੱਧ ਵੀ ਚੱਕ ਲਓਗੇ ਜਾਂ 1-2 ਰੈਪੀਟੇਸ਼ਨ ਵੱਧ ਵੀ ਲਾ ਦੋਗੇ, ਤਾਂ ਤੁਹਾਨੂੰ ਇੰਜਰੀ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਆ। ਪਰ ਜੇ ਤੁਸੀਂ ਕਈ ਵਾਰ ਮੰਨ ਲਓ ਸੇਮ weight ਦੀ ਐਕਸਰਸਾਈਜ਼ ਕਰ ਰਹੇ ਹੋ ਜਿਹੜੇ weight ਤੇ ਤੁਸੀਂ ਪਹਿਲਾਂ ਵੀ ਟ੍ਰੇਨਿੰਗ ਕਰ ਰਹੇ ਹੋ, ਪਰ ਤੁਹਾਡੇ ਸ਼ੋਲਡਰ ਦੀ ਸਟੇਬਿਲਿਟੀ ਨਹੀਂ ਹੈਗੀ, ਤੁਹਾਡੇ ਕੋਰ ਦੀ ਸਟੇਬਿਲਿਟੀ ਨਹੀਂ ਹੈ, ਤਾਂ ਥੋੜਾ ਜਿਹਾ ਵੀ ਤੁਹਾਡਾ ਜਰਕ ਲੱਗਿਆ, ਜਿਵੇਂ ਜਿਮ 'ਚ ਸੁਣਦੇ ਆ ਜੀ, ਥੋੜਾ ਜਿਹਾ ਐਂ ਹੋ ਗਏ ਨਾਲ ਦੀ ਨਾਲ ਪੇਨ ਆਉਣਾ ਸ਼ੁਰੂ ਹੋ ਗਿਆ, ਥੋੜਾ ਜਿਹਾ ਜਰਕ ਲੱਗੂਗਾ, ਉਹਦੇ ਨਾਲ ਹੀ ਤੁਹਾਡੇ ਮਸਲ ਦੇ ਵਿੱਚ ਇੰਜਰੀ ਹੋ ਜਾਣੀ ਹੈ, ਤੁਹਾਡੀ ਬੋਨ ਦੇ ਵਿੱਚ ਇੰਜਰੀ ਹੋ ਜਾਣੀ ਹੈ, ਜਾਂ ਲਿਗਾਮੈਂਟ ਟੈਂਡਨ ਕਿਸੇ ਨਾ ਕਿਸੇ ਜਿਹੜੇ ਏਰੀਆ ਦੇ ਉੱਤੇ ਪ੍ਰੈਸ਼ਰ ਆ ਗਿਆ ਉਹਦੇ ਵਿੱਚ ਇੰਜਰੀ ਹੋ ਜਾਣੀ ਹੈ। ਸਟੇਬਿਲਿਟੀ ਐਕਸਰਸਾਈਜ਼ਾਂ ਕਰਨੀਆਂ ਜ਼ਰੂਰੀ ਨੇ, ਕੋਰ ਦੀਆਂ, ਹਿਪ ਦੀਆਂ, ਨੀ ਦੀਆਂ, ਸ਼ੋਲਡਰ ਦੀਆਂ, ਤਾਂ ਕਿ ਤੁਹਾਨੂੰ ਕਿਸੇ ਵੀ weight ਦੇ ਉੱਤੇ ਜੋ ਤੁਸੀਂ ਐਕਸਰਸਾਈਜ਼ ਕਰ ਰਹੇ ਹੋਵੋਗੇ ਉਦੋਂ ਇੰਜਰੀ ਦੇ ਚਾਂਸਸ ਜ਼ੀਰੋ ਹੋ ਜਾਣ ਬਿਲਕੁਲ। ਤਾਂ ਫੇਸ ਪੁੱਲ ਨੂੰ ਸਹੀ ਤਰੀਕੇ ਨਾਲ ਕਿਵੇਂ ਕਰਨਾ ਮੈਂ ਉਹ ਤੁਹਾਨੂੰ ਦੱਸੂਗਾ। ਸਭ ਤੋਂ ਪਹਿਲਾਂ ਇਹਦੇ ਵਿੱਚ ਦੱਸਦਾ ਕਿ ਜੋ ਕਾਮਨ ਮਿਸਟੇਕ ਹੈ ਫੇਸ ਪੁੱਲ ਦੀ ਉਹ ਕੀ ਹੈ, ਇਹਦੇ ਵਿੱਚ ਗਲਤੀ ਕਿਹੜੀ ਕਰਦੇ ਆਂਗੇ ਆਪਾਂ। ਸਭ ਤੋਂ ਪਹਿਲਾਂ ਜੋ ਫੇਸ ਪੁੱਲ ਐਕਸਰਸਾਈਜ਼ ਹੈ ਮੇਨਲੀ ਆਪਣੀ ਅੱਪਰ ਬੈਕ ਕਰਕੇ ਹੈ, ਇਸ ਚੀਜ਼ ਕਰਕੇ ਹੈ, ਪਰ ਜ਼ਿਆਦਾਤਰ ਲੋਕ ਇਹਨੂੰ ਰੀਅਰ ਡੈਲਟ ਮਤਲਬ ਪੋਸਟੀਰੀਅਰ ਡੈਲਟੋਇਡ ਨੂੰ ਟ੍ਰੇਨਿੰਗ ਕਰਨ ਵਾਸਤੇ ਵਰਤਦੇ ਆ। ਔਰ ਤੁਸੀਂ ਪੋਸਟੀਰੀਅਰ ਡੈਲਟੋਇਡ ਨੂੰ ਟ੍ਰੇਨਿੰਗ ਕਰਨ ਵਾਸਤੇ ਹੋਰ ਵੀ ਬਹੁਤ ਐਕਸਰਸਾਈਜ਼ਸ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਡਾ ਹਿਪ ਹਗਰਸ ਆ ਜਾਂਦੇ ਨੇਗੇ, ਰਿਵਰਸ ਪੈਕ ਡੈਕ ਆ ਜਾਂਦੀ ਹੈ। ਪਰ ਜੋ ਫੇਸ ਪੁੱਲ ਐਕਸਰਸਾਈਜ਼ ਹੈ ਕੋਸ਼ਿਸ਼ ਕਰੋ ਇਹਨੂੰ ਕਰਨ ਵੇਲੇ ਤੁਸੀਂ ਆਪਦੇ ਸਕੈਪੂਲਾ ਨੂੰ ਟਾਰਗੇਟ ਕਰਕੇ ਕਰੋ, ਆਪਦੀ ਅੱਪਰ ਬੈਕ ਨੂੰ ਟਾਰਗੇਟ ਕਰਕੇ ਚਲੋ, ਇਸ ਚੀਜ਼ ਨੂੰ ਟਾਰਗੇਟ ਕਰਕੇ ਚਲੋ ਤਾਂ ਕਿ ਤੁਹਾਡੇ ਸ਼ੋਲਡਰ ਦੀ ਸਟੇਬਿਲਿਟੀ ਬਣੀ ਰਹੇ ਤੇ ਤੁਹਾਡਾ ਪੋਸਚਰ ਸਿੱਧਾ ਰਹੇ। ਤਾਂ ਕਾਮਨ ਗਲਤੀ ਕੀ ਹੁੰਦੀ ਹੈ, ਸਭ ਤੋਂ ਪਹਿਲੀ ਗਲਤੀ ਹੁੰਦੀ ਹੈ ਕਿ ਸਿੰਗਲ ਰੋਪ ਨਾਲ ਇਹ ਕਰਨੀ। ਸਿੰਗਲ ਰੋਪ ਨਾਲ ਕਰਨ ਤੇ ਕੀ ਮਿਲਦਾ ਗਾ ਆਪਾਂ ਨੂੰ ਕਿ ਰੇਂਜ ਆਫ ਮੋਸ਼ਨ ਘਟ ਜਾਂਦੀ ਹੈ। ਜਿੱਥੇ ਆਪਾਂ ਹੱਥ ਵੱਧ ਖੋਲ੍ਹਣੇ ਆ, ਇੰਟਰਨਲ ਔਰ ਐਕਸਟਰਨਲ ਰੋਟੇਸ਼ਨ ਇਸ ਲੈਵਲ ਦੇ ਉੱਤੇ ਆ ਕੇ ਕਰਨੀ ਹੈ, ਉੱਥੇ ਆਪਣਾ ਇਹ ਲੈਵਲ ਰਹਿ ਜਾਂਦਾ ਗਾ। ਤਾਂ ਇਹਦੇ ਉੱਤੇ ਐਕਸਟਰਨਲ ਇਸ ਇੰਨੀ ਰੇਂਜ ਦੇ ਨਾਲ ਐਕਸਟਰਨਲ ਰੋਟੇਸ਼ਨ ਕਰਨਾ ਬਹੁਤ ਟਫ ਹੋ ਜਾਂਦਾ, ਮਤਲਬ ਤੁਹਾਨੂੰ ਪੂਰੀ ਰੇਂਜ ਨਹੀਂ ਮਿਲਦੀ। ਇੱਥੇ ਆ ਕੇ ਤੁਹਾਡੇ ਰੌਡ ਨੇ ਵੀ ਮੂੰਹ ਦੇ ਨਾਲ ਲੱਗ ਜਾਣਾ, ਤੁਸੀਂ ਪਿੱਛੇ ਨੂੰ ਐਕਸਟਰਨਲੀ ਰੋਟੇਟ ਨਹੀਂ ਕਰ ਪਾਓਗੇ। ਤਾਂ ਇਹਨੂੰ ਫਿਕਸ ਕਰਨ ਵਾਸਤੇ ਕੀ ਕਰਨਾ, ਡਬਲ ਕਰ ਲੈਣੀ ਹੈਗੀ ਆਪਾਂ ਰੋਪ ਇਸ ਤਰੀਕੇ ਦੇ ਨਾਲ, ਇੱਦਾਂ 2 ਰੋਪਸ ਪਾ ਲੈਣੀਆਂ ਤਾਂ ਕਿ ਆਪਣੇ ਕੋਲੇ ਏਰੀਆ ਵਾਈਡ ਆ ਜੇ। ਹੁਣ ਇੰਨਾ ਏਰੀਆ ਮੇਰੇ ਕੋਲੇ, ਇਹਦੇ ਵਿੱਚ ਮੈਂ ਐਕਸਟਰਨਲ ਰੋਟੇਸ਼ਨ ਆਰਾਮ ਨਾਲ ਕਰ ਸਕਦਾ। ਦੂਜੀ ਜੋ ਕਾਮਨ ਗਲਤੀ ਹੈ ਫੇਸ ਪੁੱਲ ਐਕਸਰਸਾਈਜ਼ ਦੇ ਵਿੱਚ, ਇਹਦੀ ਮੂਵਮੈਂਟ ਜਿਵੇਂ ਦੱਸਿਆ ਮੈਂ ਕਿ ਐਕਸਟਰਨਲ ਰੋਟੇਸ਼ਨ ਦੇ ਵਿੱਚ ਆਪਾਂ ਲੈ ਕੇ ਜਾਣਾ, ਤਾਂ ਜ਼ਿਆਦਾਤਰ ਲੋਕ ਐਕਸਟਰਨਲ ਰੋਟੇਸ਼ਨ ਦੇ ਵਿੱਚ ਬਾਂਹ ਨੂੰ ਨਹੀਂ ਲੈ ਕੇ ਜਾਂਦੇ, ਉਹ ਸਿਰਫ ਤੇ ਸਿਰਫ ਆਪਣੀ ਰੀਅਰ ਡੈਲਟ ਨੂੰ ਹੀ ਟਾਰਗੇਟ ਕਰਦੇ ਨੇ ਇਸ ਤਰੀਕੇ ਦੇ ਨਾਲ, ਜਾਂ ਤਾਂ ਇਦਾਂ ਹੁੰਦੇ ਨੇ ਇਸ ਪੋਜੀਸ਼ਨ ਦੇ ਵਿੱਚ, ਇਦਾਂ ਇਸ ਤਰੀਕੇ ਨਾਲ। ਇਹਦੇ ਵਿੱਚ ਤੁਹਾਡਾ ਰੀਅਰ ਡੈਲਟ ਪਲੱਸ ਰੋਹੰਬਾਇਡ ਥੋੜਾ ਬਹੁਤਾ ਕੰਮ ਕਰ ਰਿਹਾ ਹੁੰਦਾ, ਪਰ ਤੁਹਾਡਾ ਸਕੈਪੂਲਾ ਬਿਲਕੁਲ ਨਹੀਂ ਕੰਮ ਕਰ ਰਿਹਾ। ਇਹ ਵੀ ਤੁਹਾਡਾ ਗਲਤ ਤਰੀਕਾ ਐਕਸਰਸਾਈਜ਼ ਕਰਨ ਦਾ ਜੇ ਤੁਸੀਂ ਫੇਸ ਪੁੱਲ ਐਕਸਰਸਾਈਜ਼ ਨੂੰ ਸ਼ੋਲਡਰ ਵਾਸਤੇ ਕਰ ਰਹੇ ਹੋਗੇ, ਮਤਲਬ ਅੱਪਰ ਬੈਕ ਵਾਸਤੇ ਕਰ ਰਹੇ ਹੋਗੇ, ਐਕਸਟਰਨਲ ਰੋਟੇਸ਼ਨ ਵਾਸਤੇ ਕਰ ਰਹੇ ਹੋਗੇ। ਤਾਂ ਇਹਨੂੰ ਕਰਨ ਦਾ ਜੋ ਸਹੀ ਤਰੀਕਾ ਹੈ ਉਹ ਦੱਸਦਾ ਹੁਣ ਮੈਂ ਤੁਹਾਨੂੰ। ਇਹਦੇ ਵਿੱਚ ਜੋ
ਹਾਈਟ ਹੈਗੀ, ਹਾਈਟ ਵੀ ਮੈਟਰ ਕਰਦੀ ਹੈ। ਜਿੰਨੀ ਤੁਹਾਡੀ ਹਾਈਟ ਹੈ, ਤੁਹਾਡੀ ਹਾਈਟ ਦੇ ਨਾਲੋਂ ਥੋੜਾ ਜਿਹਾ ਉੱਪਰ ਹੋਣਾ ਚਾਹੀਦਾ ਹੈ ਜਿੱਥੋਂ ਤੁਸੀਂ ਰੋਪ ਨੂੰ ਖਿੱਚਣਾ। ਇਦਾਂ ਉਹ ਕਿਉਂ ਹੋਣਾ ਚਾਹੀਦਾ ਹੈ? ਕਿਉਂਕਿ ਦੇਖੋ ਜਦੋਂ ਵੀ ਆਪਾਂ ਮਸਲ ਨੂੰ ਲੋਡ ਕਰਨਾ ਹੁੰਦਾ, ਮਸਲ ਦੇ ਉੱਤੇ ਲੋਡ ਦੇਣਾ ਹੁੰਦਾ ਹੈ, ਤਾਂ ਉਹ ਕੇਬਲ, ਸਪੈਸ਼ਲੀ ਕੇਬਲ ਦੇ ਵਿੱਚ ਤਾਂ ਉਸ ਟਾਈਮ ਐਂਗਲ ਬਹੁਤ ਮੈਟਰ ਕਰਦਾ ਕਿ ਕਿੰਨੇ ਐਂਗਲ ਦੇ ਉੱਤੇ ਆਪਦਾ ਹੱਥ ਨੂੰ ਰੱਖਣਾ ਹੈਗਾ। ਜੇ ਮੰਨ ਲਓ ਇਹੀ ਚੀਜ਼ ਨੂੰ ਮੈਂ ਨੀਚੇ ਕਰਕੇ ਉੱਪਰ ਨੂੰ ਇਦਾਂ ਖਿੱਚੂੰਗਾ ਤਾਂ ਮੇਰਾ ਉਹ ਸ਼ੋਲਡਰ ਕੰਮ ਕਰੂਗਾ, ਟ੍ਰੈਪੀਜ਼ੀਅਸ ਕੰਮ ਕਰੂਗਾ, ਜੋ ਮਿਡਲ ਬੈਕ ਅਪਰ ਬੈਕ ਰੋਟੇਟਰ ਨੇ ਕੰਮ ਕਰਨਾ ਚਾਹੀਦਾ ਉਹ ਰੋਟੇਟਰ ਕੰਮ ਨਹੀਂ ਕਰੂਗਾ। ਐਂਗਲ ਮੈਟਰ ਕਰਦਾ। ਮਤਲਬ ਤੁਹਾਡੀ ਇਸ ਹਾਈਟ ਦੇ ਉੱਤੇ ਜੇ ਕੇਬਲ ਹੈ ਤਾਂ ਜਦੋਂ ਤੁਸੀਂ ਖਿੱਚੋਗੇ ਤਾਂ ਤੁਹਾਡਾ ਇਹ ਬਿਲਕੁਲ 90 ਡਿਗਰੀ ਦਾ ਐਂਗਲ ਬਣਾਉਣਗੇ ਤੁਹਾਡੀ ਬਾਡੀ ਦੇ ਨਾਲ, ਇਸ ਤਰੀਕੇ ਨਾਲ, ਇਸ ਤਰੀਕੇ ਨਾਲ। ਹੁਣ ਦੇਖ ਰਹੇ ਹੋ ਕਿ ਬਿਲਕੁਲ ਸਿੱਧੀ ਹੈਗੀ ਰੋਪ। ਤਾਂ ਫੇਸ ਪੁੱਲ ਦੇ ਵਿੱਚ ਕਿਵੇਂ ਕਰਨਾ ਹੈ? ਤੁਸੀਂ weight ਜ਼ਿਆਦਾ ਨਹੀਂ ਚੱਕਣਾ, ਕਿਉਂਕਿ ਜਦੋਂ ਵੀ ਐਕਸਟਰਨਲ ਰੋਟੇਟਰ ਨੂੰ ਤੁਸੀਂ ਟ੍ਰੇਨ ਕਰਨਾ ਹੈਗਾ, ਐਕਸਟਰਨਲ ਰੋਟੇਟਰ ਹੋ ਗਏ, ਇਹ ਛੋਟੇ ਮਸਲ ਹੁੰਦੇ ਨੇ, ਕਦੇ ਵੀ ਇਹ ਜ਼ਿਆਦਾ ਹੈਵੀ weight ਚੱਕ ਨਹੀਂ ਸਕਦੇ। ਈਗੋ ਲਿਫਟਿੰਗ ਨਾ ਕਰੋ ਇਹਦੇ ਵਿੱਚ। ਤੁਹਾਨੂੰ ਜੇ ਤੁਸੀਂ ਸਹੀ weight ਦੇ ਨਾਲ ਸਹੀ ਮੂਵਮੈਂਟ ਕਰ ਰਹੇ ਹੋ, ਮਸਲ ਦੇ ਉੱਤੇ ਇੰਨਾ ਜ਼ਿਆਦਾ ਬਰਨ ਮਹਿਸੂਸ ਹੋਣਾਗਾ ਜਿੰਨਾ ਤੁਹਾਨੂੰ ਹੈਵੀ weight ਚੱਕ ਕੇ ਵੀ ਨਹੀਂ ਜ਼ੋਰ ਲੱਗਦਾ ਮਸਲ ਦਾ, ਥੋੜੇ weight ਨਾਲ ਹੀ ਉਹਨਾਂ ਜ਼ੋਰ ਲੱਗ ਜਾਂਦਾ ਹੈਗਾ। ਤਾਂ weight ਪਾ ਕੇ ਉਸ ਤੋਂ ਬਾਅਦ ਹੱਥ ਬਿਲਕੁਲ ਸੇਧ ਦੇ ਵਿੱਚ ਪਾ ਕੇ ਬਰਾਬਰ ਹੱਥ ਪਾ ਕੇ ਤੁਸੀਂ ਥੋੜਾ ਜਿਹਾ ਪਿੱਛੇ ਨੂੰ ਹੋ ਜਾਓਗੇ। ਇਹਦੇ ਵਿੱਚ ਧਿਆਨ ਰੱਖੋਗੇ ਮੋਢੇ ਆਏ ਉੱਪਰ ਨੂੰ ਨਾ ਹੋਣ, ਨਾਰਮਲ ਹੋਣ ਮੋਢੇ। ਉਸ ਤੋਂ ਬਾਅਦ ਹੱਥਾਂ ਨੂੰ ਪਿੱਛੇ ਲੈ ਕੇ ਆਓਗੇ, ਕੂਣੀਆਂ ਇੱਥੇ ਤੱਕ ਆਉਣਗੀਆਂ, ਕੂਣੀਆਂ ਇਸ ਤੋਂ ਬਾਅਦ ਪਿੱਛੇ ਨੂੰ ਨਹੀਂ ਲੈ ਕੇ ਜਾਣੀਆਂ ਤੁਸੀਂ, ਕੂਣੀਆਂ ਸਿਰਫ ਸ਼ੋਲਡਰ ਦੇ ਲੈਵਲ ਤੱਕ ਆਉਣਗੀਆਂ। ਜਦੋਂ ਸ਼ੋਲਡਰ ਤੱਕ ਆ ਗਈਆਂ, ਤੁਹਾਡੀ ਬਾਡੀ ਤੱਕ ਆ ਗਈਆਂ, ਕੂਣੀਆਂ ਉੱਥੇ ਰੁਕ ਜਾਣਗੀਆਂ। ਫਿਰ ਉਸ ਤੋਂ ਬਾਅਦ ਹੱਥ ਪਿੱਛੇ ਨੂੰ ਜਾਣਗੇ ਇਦਾਂ, ਇਸ ਪੋਜੀਸ਼ਨ ਦੇ ਵਿੱਚ। ਮਤਲਬ ਤੁਸੀਂ ਇੱਦਾਂ, ਇੱਥੇ, ਫਿਰ ਇੱਥੇ, ਇੱਥੇ ਤੱਕ ਕੂਣੀਆਂ ਖਿੱਚੋਗੇ, ਉਸ ਤੋਂ ਬਾਅਦ ਹੱਥਾਂ ਨੂੰ ਖਿੱਚੋਗੇ ਇਦਾਂ। ਸਿੰਪਲ ਹਿਸਾਬ ਆ ਜਿਹੜਾ ਐਕਸਰਸਾਈਜ਼ ਨੂੰ ਯਾਦ ਰੱਖਣ ਦਾ, ਉਹ ਇਹ ਹੈ ਕਿ ਜਿਸ ਟਾਈਮ ਤੁਸੀਂ ਕੂਣੀ ਤੇ ਹੱਥ ਨੂੰ ਮੂਵ ਕਰ ਰਹੇ ਹੋ, ਹੱਥ ਤੁਹਾਡਾ ਜ਼ਿਆਦਾ ਪਿੱਛੇ ਜਾਣਾ ਚਾਹੀਦਾ ਕੂਣੀ ਦੇ ਨਾਲੋਂ। ਇਹ ਨਹੀਂ ਹੈ ਕਿ ਤੁਸੀਂ ਹੱਥ ਤੁਹਾਡਾ ਇੱਥੇ ਕੂਣੀ ਅੱਗੇ ਕਰ ਲਈ, ਕੂਣੀ ਅੱਗੇ ਨਹੀਂ ਕਰਨੀ, ਕੂਣੀ ਵੀ ਲੈਵਲ ਤੇ ਰਹਿਣੀ ਚਾਹੀਦੀ ਹੈ ਮੋਢੇ ਦੇ ਤੇ ਸਰੀਰ ਦੇ। ਉਸ ਤੋਂ ਬਾਅਦ ਹੱਥ ਤੁਹਾਡਾ ਪਿੱਛੇ ਨੂੰ ਜਾਣਾ ਚਾਹੀਦਾ ਇਦਾਂ। ਤੇ ਜਿਸ ਟਾਈਮ ਹੱਥ ਪਿੱਛੇ ਨੂੰ ਜਾਊਗਾ, ਜਿਹੜਾ ਤੁਹਾਡਾ ਥੋਰੈਸਿਕ ਹੈ, ਇਹ ਵਾਲਾ ਰੀਜਨ ਹੈ, ਇਹ ਤੁਹਾਡਾ ਬਹੁਤ ਜ਼ਿਆਦਾ ਐਂ ਅੱਗੇ ਨੂੰ ਨਹੀਂ ਨਿਕਲਣਾ ਚਾਹੀਦਾ। ਇਹਨੂੰ ਤੁਸੀਂ ਹੋਲਡ ਰੱਖਣਾ, ਫਿਰ ਇਦਾਂ ਪਿੱਛੇ ਨੂੰ ਲੈ ਕੇ ਜਾਣਾ ਇਸ ਤਰੀਕੇ ਦੇ ਨਾਲ। 2-3 ਰੈਪੀਟੇਸ਼ਨ ਕਰਕੇ ਦਿਖਾਉਣਾ, ਮੈਂ ਸਲੋ ਮੂਵਮੈਂਟ ਦੇ ਵਿੱਚ ਕਰੂੰਗਾ। ਜੇ ਕਈ ਵਾਰ ਥੋਰੈਸਿਕ ਆਏ ਅੱਗੇ ਨੂੰ ਨਿਕਲਦਾ ਹੁੰਦਾ ਹੈ ਤਾਂ ਉਹਨੂੰ ਰੋਕਣ ਵਾਸਤੇ ਤੁਸੀਂ ਇੱਕ ਪੈਰ ਅੱਗੇ ਕਰ ਲਓ, ਇੱਕ ਪੈਰ ਪਿੱਛੇ ਕਰ ਲਓ, ਅਗਲੇ ਪੈਰ ਨੂੰ ਥੋੜਾ ਜਿਹਾ ਬੈਂਡ ਕਰ ਲਓ ਤਾਂ ਕਿ ਤੁਸੀਂ ਅੱਗੇ ਨੂੰ ਲੀਨ ਹੋ ਜਾਓ। ਅੱਗੇ ਨੂੰ ਲੀਨ ਹੋਣ ਤੋਂ ਬਾਅਦ ਜਦੋਂ ਤੁਸੀਂ ਇਦਾਂ ਖਿੱਚੋਗੇ ਤਾਂ ਕੋਈ ਸਕੋਪ ਨਹੀਂ ਕਿ ਤੁਸੀਂ ਇਦਾਂ ਹੋ ਜਾਓਗੇ, ਤੁਹਾਡੀ ਬਾਡੀ ਹੀ ਉੱਥੇ ਰੁਕੀ ਹੋਈ ਹੈਗੀ। ਹੱਥ ਪਿੱਛੇ ਨੂੰ, ਫਿਰ ਛੱਡ ਦੇਣਾ, ਅੱਗੇ ਨੂੰ ਖਿੱਚ ਲੈਣਾ ਇਦਾਂ ਪਿੱਛੇ ਨੂੰ। ਇਹਦੇ ਵਿੱਚ ਕੋਸ਼ਿਸ਼ ਕਰਨਾ ਹੈ ਕਿ ਆਹ ਐਂਗਲ ਮੇਨਟੇਨ ਰੱਖਣਾ ਆਪਾਂ। ਆਹ ਐਂਗਲ ਵੀ 90 ਡਿਗਰੀ ਦਾ ਰਹਿਣਾ ਚਾਹੀਦਾ, ਆਹ ਐਂਗਲ ਵੀ 90 ਡਿਗਰੀ ਦਾ ਰਹਿਣਾ ਚਾਹੀਦਾ। ਨਾ ਤਾਂ ਕੂਣੀਆਂ ਇਦਾਂ ਅੰਦਰ ਨੂੰ ਆਉਣ ਖਿੱਚਣ ਲੱਗੇ, ਜੋ ਤੁਸੀਂ ਪਿੱਛੇ ਨੂੰ ਖਿੱਚ ਦੋ ਇੱਥੇ ਨਹੀਂ ਆਉਣੀਆਂ ਚਾਹੀਦੀਆਂ ਕੂਣੀਆਂ, ਨਾ ਹੀ ਇਹ ਇਦਾਂ ਉੱਪਰ ਜਾਊ, ਨਾ ਹੀ ਇਦਾਂ ਥੱਲੇ ਜਾਊਗੀ। ਇਸ ਪੋਜੀਸ਼ਨ ਦੇ ਵਿੱਚ ਇੱਥੋਂ ਖਿੱਚੋਗੇ, ਇੱਥੇ ਲੈ ਕੇ ਆਉਣਾ ਇਦਾਂ, ਇਸ ਪੋਜੀਸ਼ਨ ਦੇ ਵਿੱਚ। ਸਕੈਪੂਲਾ ਦੀ ਸਟੇਬਿਲਿਟੀ ਦੇ ਵਿੱਚ ਰੋਟੇਟਰ ਕਫ ਦਾ ਆਪਾਂ ਦੇਖ ਲਏ ਕਿ ਰੋਟੇਟਰ ਕਫ ਦਾ ਰੋਲ ਹੁੰਦਾ ਹੈ ਤੇ ਇਹਨਾਂ ਨੂੰ ਕਿਵੇਂ ਟ੍ਰੇਨ ਕਰਨਾ, ਕਿਹੜੀਆਂ ਇਹਦੇ ਵਿੱਚ ਗਲਤੀਆਂ ਕਰ ਜਾਂਦੇ ਆਪਾਂ। ਦੂਸਰੀ, ਸਕੈਪੂਲਾ ਦੇ ਵਿੱਚ ਜਿਹੜੇ ਆਪਾਂ ਮੇਨ ਬਰੀਕ ਮਸਲਸ ਹੁੰਦੇ ਨੇ, ਟੈਰਿਸ ਮਾਈਨਰ ਮੇਜਰ ਹੋ ਗਿਆ ਜਾਂ ਫਿਰ ਲੈਟਿਸਮਸ ਡੋਰਸਾਈ ਹੋ ਗਿਆ। ਲੈਟਿਸਮਸ ਡੋਰਸਾਈ ਲੈਟਸ ਮਸਲ ਵੀ ਵੀਕ ਹੋਣ ਦੇ ਨਾਲ, ਕਿਉਂਕਿ ਇਹ ਵੀ ਸਕੈਪੂਲਾ ਨਾਲ ਜੁੜਦਾ ਹੁੰਦਾ, ਤਾਂ ਇਹ ਮਸਲ ਵੀ ਵੀਕ ਜਾਂ ਟਾਈਟ ਹੋਣ ਦੇ ਨਾਲ ਤੁਹਾਡੇ ਸ਼ੋਲਡਰ ਦੇ ਵਿੱਚ ਪੇਨ ਹੋ ਸਕਦਾ, ਤੁਹਾਡੇ ਇਨਸਟੇਬਿਲਿਟੀ ਹੋ ਸਕਦੀ ਹੈ। ਕਿਉਂਕਿ ਜ਼ਿਆਦਾਤਰ ਮੈਂ ਦੇਖਦਾ ਜਿਮ ਦੇ ਵਿੱਚ ਬੋਡੀ ਵੇਟ ਐਕਸਰਸਾਈਜ਼ ਨੂੰ ਅਵੋਇਡ ਕੀਤਾ ਜਾਂਦਾ, ਐਕਸਟਰਨਲ ਵੇਟ ਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿ ਕੁਆਂਟਲ ਹੋ ਗਿਆ, 1.5 ਕੁਆਂਟਲ, 2 ਕੁਆਂਟਲ ਇੰਨਾ ਵੇਟ ਚੱਕਣਾ ਜੀ। ਬੋਡੀ ਵੇਟ ਨਾਲ ਜਿਹੜੀਆਂ ਐਕਸਰਸਾਈਜ਼ਸ ਕਰਨੀਆਂ ਨੇ ਉਹ ਐਕਸਰਸਾਈਜ਼ ਇਗਨੋਰ ਹੋ ਜਾਂਦੀ ਹੈ। ਤਾਂ ਆਪਾਂ ਬੋਡੀ ਵੇਟ ਦੇ ਨਾਲ ਜੇ ਤੁਸੀਂ ਚਿਨ ਅਪ ਕਰਦੇ ਹੋਗੇ ਤਾਂ ਸ਼ੋਲਡਰ ਜੁਆਇੰਟ ਪੇਨ ਆਉਣ ਦੇ ਬਹੁਤ ਜ਼ਿਆਦਾ ਘੱਟ ਚਾਂਸਸ ਹੁੰਦੇ ਨੇ। ਚਿਨ ਅਪ ਨਹੀਂ ਹੁੰਦੇ ਫਿਰ ਵੀ ਸ਼ੋਲਡਰ ਪੇਨ ਆ ਰਿਹਾ ਹੈ ਤਾਂ ਚਿਨ ਅਪ ਕਰਨ ਦੀ, ਡਾਇਰੈਕਟ ਚਿਨ ਅਪ ਕਰਨ ਦੀ ਟਰਾਈ ਨਹੀਂ ਕਰਨਾ। ਸਭ ਤੋਂ ਪਹਿਲਾਂ ਤੁਸੀਂ ਸਕੈਪੂਲਾ ਵਿੰਗਿੰਗ ਕਰਨੀ ਹੈ। ਇਹਦੇ ਵਿੱਚ ਸਕੈਪੂਲੇ ਨੂੰ ਤੁਸੀਂ ਮੂਵ ਕਰਨਾ ਹੈ, ਮਤਲਬ ਤੁਸੀਂ ਸਕੈਪੂਲਾ ਕੰਟਰੋਲ ਕਰੋਗੇ। ਕਿਵੇਂ ਕਰਨਾ ਹੈ? ਦੋਨੇ ਹੱਥ ਇਦਾਂ ਪਾ ਲੈਣੇ ਆ ਉੱਪਰ, ਬਾਡੀ ਪੂਰੀ ਢਿੱਲੀ ਛੱਡ ਦੇਣੀ ਹੈ, ਥੱਲੇ ਨੂੰ ਜਾਣ ਦੇਣਾ ਸਰੀਰ ਨੂੰ, ਪੈਰ ਹਵਾ 'ਚ ਕਰ ਲੈਣੇ ਆ, ਕੂਣੀਆਂ ਸਿੱਧੀਆਂ ਰੱਖ ਕੇ ਇਦਾਂ ਬਾਡੀ ਖਿੱਚਣੀ ਹੈ। ਇੱਥੇ ਰੋਕ ਕੇ ਰੱਖੋਗੇ, ਫਿਰ ਥੱਲੇ ਨੂੰ ਜਾਊਗੀ ਬਾਡੀ, ਫਿਰ ਉੱਪਰ ਨੂੰ, ਫਿਰ ਇੱਥੇ ਰੋਕ ਲਓਗੇ। ਇਹਦੇ ਵਿੱਚ ਤੁਹਾਡੀਆਂ ਕੂਣੀਆਂ ਨਹੀਂ ਇਦਾਂ ਮੂਵ ਹੋ ਰਹੀਆਂ, ਸਿਰਫ ਆਹ ਪੋਜੀਸ਼ਨ ਹੋ ਰਹੀ ਆ, ਆਹ ਮੂਵਮੈਂਟ ਹੋ ਰਹੀ ਹੈ ਬਾਡੀ ਦੀ। ਥੱਲੇ ਨੂੰ ਫਿਰ ਉੱਪਰ ਨੂੰ, ਇੱਥੇ ਹੋਲਡ ਰੱਖੋਗੇ 10-15 ਸਕਿੰਟ ਹੋਲਡ ਰੱਖੋਗੇ ਤਾਂ ਤੁਹਾਨੂੰ ਸਕੈਪੂਲਾ ਦੇ ਅੰਦਰ ਹੀ ਇੰਨੀ ਫੀਲ, ਬਰਨਿੰਗ ਫੀਲ ਹੋਊਗੀ ਜਿਹੜੀ ਤੁਹਾਡੀ ਕਿਸੇ ਐਕਸਰਸਾਈਜ਼ ਨਾਲ ਨਹੀਂ ਹੋ ਸਕਦੀ। ਜੋ ਕੰਮ ਇਸ ਐਕਸਰਸਾਈਜ਼ ਨੇ ਕਰਨਾ ਉਹ ਕੋਈ ਵੀ ਹੋਰ ਐਕਸਰਸਾਈਜ਼ ਨਹੀਂ ਕਰ ਸਕਦੀ, ਚਾਹੇ ਆਪਾਂ ਹੈਵੀ ਵੇਟ ਲਾ ਲਈਏ, ਲਾਈਟ ਵੇਟ ਲਾ ਲਈਏ। ਜਦੋਂ ਤੱਕ ਤੁਸੀਂ ਸਕੈਪੂਲਾ ਨੂੰ ਕੰਟਰੋਲ ਨਹੀਂ ਕਰਨਾ ਸਿੱਖੋਗੇ ਇਸ ਪੋਜੀਸ਼ਨ ਦੇ ਵਿੱਚ, ਉੱਪਰੋਂ ਥੱਲੇ ਨੂੰ ਨਹੀਂ ਪਤਾ ਤੁਹਾਨੂੰ ਕਿੱਦਾਂ ਕੰਟਰੋਲ ਹੋ ਰਿਹਾ ਹੈ, ਤੁਹਾਡੇ ਸ਼ੋਲਡਰ ਦੇ ਵਿੱਚ ਕਦੋਂ ਵੀ ਪੇਨ ਹੋ ਸਕਦਾ, ਕਦੋਂ ਵੀ ਇੰਜਰੀ ਆ ਸਕਦੀ ਹੈਗੀ।
ਤਾਂ ਹੀ ਜ਼ਿਆਦਾਤਰ ਜਿਹੜੇ ਪੁੱਲ ਅਪ ਵਗੈਰਾ ਕਰਦੇ ਹੁੰਦੇ ਆ ਉਹਨਾਂ ਦੇ ਵੀ ਸ਼ੋਲਡਰ ਦੇ ਵਿੱਚ ਇੰਜਰੀ ਆ ਜਾਂਦੀ ਹੈ। ਉਹਨਾਂ ਦਾ ਰੀਜ਼ਨ ਇਹ ਹੁੰਦਾ ਹੈ ਕਿ ਜਦੋਂ ਉਹ ਪੁੱਲ ਅਪ ਕਰ ਰਹੇ ਹੁੰਦੇ ਨੇ, ਇਸ ਟੌਪਿਕ ਦੇ ਉੱਤੇ ਵੀ ਅਲੱਗ ਵੀਡੀਓ ਬਣਾਵਾਂਗੇ ਪੂਰੀ ਆਪਾਂ। ਇੱਕ ਵਾਰ ਮੋਟਾ ਦੱਸਦਾ ਮੈਂ ਕਿ ਜੇ ਤੁਸੀਂ ਪੁੱਲ ਅਪ ਦੇ ਵਿੱਚ ਇਸ ਪੋਜੀਸ਼ਨ ਦੇ ਵਿੱਚ ਪੁੱਲ ਅਪ ਕਰ ਰਹੇ ਹੋ ਐਂ ਕਰਕੇ ਮੋਢੇ, ਤਾਂ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਕਿ ਤੁਹਾਨੂੰ ਸ਼ੋਲਡਰ ਦੀ ਇੰਜਰੀ ਹੋ ਸਕਦੀ ਹੈ। ਕਦੋਂ ਵੀ ਸ਼ੋਲਡਰ ਦੀ ਇੰਜਰੀ ਹੋ ਸਕਦੀ ਹੈ। ਇਹਦੇ ਵਿੱਚ ਤੁਹਾਡਾ ਸਕੈਪੂਲਾ ਉੱਪਰ ਹੈ, ਬਾਡੀ ਨੂੰ ਖਿੱਚ ਰਹੇ ਹੋਗੇ, ਜ਼ਿਆਦਾਤਰ ਫੋਰ ਆਰਮ ਦਾ ਜ਼ੋਰ ਲੱਗ ਰਿਹਾ, ਇਹਦੇ ਵਿੱਚ ਲੈਟਿਸਮਸ ਦਾ ਜ਼ੋਰ ਨਹੀਂ ਲੱਗਦਾ ਹੁੰਦਾ। ਤਾਂ ਜਿਸ ਟਾਈਮ ਪੁੱਲ ਅਪ ਕਰਨਾ ਹੁੰਦਾ ਉਸ ਟਾਈਮ ਤੁਸੀਂ ਧਿਆਨ ਰੱਖਣਾ ਕਿ ਜਿਹੜੇ ਤੁਹਾਡੇ ਸ਼ੋਲਡਰ ਨੇ, ਪਹਿਲਾਂ ਤੁਸੀਂ ਸ਼ੋਲਡਰ ਖਿੱਚੋਗੇ, ਫਿਰ ਬਾਡੀ ਖਿੱਚੋਗੇ ਇੱਦਾਂ, ਫਿਰ ਥੱਲੇ, ਫਿਰ ਇੱਦਾਂ। ਤਾਂ ਪੁੱਲ ਅਪ ਦੇ ਵਿੱਚ ਵੀ ਇਹ ਗੱਲ ਦਾ ਧਿਆਨ ਰੱਖਣਾ ਤੁਸੀਂ, ਤਾਂ ਕਿ ਸ਼ੋਲਡਰ ਜੁਆਇੰਟ ਦੇ ਵਿੱਚ ਪੇਨ ਨੂੰ ਆਪਾਂ ਅਵੋਇਡ ਕਰ ਸਕੀਏ, ਵੱਧ ਤੋਂ ਵੱਧ ਐਕਸਰਸਾਈਜ਼ਸ ਦਾ ਆਪਾਂ ਫਾਇਦਾ ਲੈ ਸਕੀਏ। ਤਾਂ ਸ਼ੋਲਡਰ ਜੁਆਇੰਟ ਦੇ ਵਿੱਚ ਜੋ ਇੰਜਰੀ ਹੋਣ ਦੇ ਚਾਂਸਸ ਨੇ ਉਹ ਕਿਹੜੀਆਂ ਐਕਸਰਸਾਈਜ਼ਸ ਕਰਕੇ ਵੱਧ ਹੁੰਦੇ ਨੇ ਉਹ ਤੁਹਾਨੂੰ ਦੱਸਤਾ ਮੈਂ। ਸ਼ੋਲਡਰ ਪ੍ਰੈਸ ਦੇ ਵਿੱਚ ਧਿਆਨ ਰੱਖੋ ਕਿ ਪਿੱਛੇ ਨੂੰ ਨਾ ਜ਼ਿਆਦਾ ਵਾਈਡ ਹੋਵੋ ਤੇ ਨੀਚੇ ਨੂੰ ਨਾ ਜ਼ਿਆਦਾ ਜਾਵੋ। ਜੇ ਪਿੱਛੇ ਨੂੰ ਬਾਹਾਂ ਖੋਲਣੀਆਂ ਤਾਂ ਸਿਰ ਤੋਂ ਉੱਪਰ ਆਪਣਾ weight ਰੱਖੋ, ਸਿਰ ਤੋਂ ਥੱਲੇ ਨਾ weight ਲੈ ਕੇ ਆਓ। ਸਿਰ ਤੋਂ ਥੱਲੇ weight ਲੈ ਕੇ ਆਉਣਾ ਤਾਂ ਕੂਣੀਆਂ ਅੱਗੇ ਨੂੰ ਆਉਣੀਆਂ ਚਾਹੀਦੀਆਂ ਨੇ, ਫਿਰ ਉੱਪਰ ਜਾਂਦੇ ਟਾਈਮ ਇੱਦਾਂ ਰੱਖਣਾਗਾ ਤੁਸੀਂ। ਬੈਕ ਹੈਡ ਸ਼ੋਲਡਰ ਪ੍ਰੈਸ ਹੁੰਦੀ ਆ ਉਹਨੂੰ ਅਵੋਇਡ ਹੀ ਕਰੋ ਤਾਂ ਹੀ ਵਧੀਆ, ਕਿਉਂਕਿ ਬਹੁਤ ਰਿਸਕੀ ਐਕਸਰਸਾਈਜ਼ ਹੈ, ਡੇਂਜਰਸ ਐਕਸਰਸਾਈਜ਼ ਹੈ ਸ਼ੋਲਡਰ ਵਾਸਤੇ, ਤੁਹਾਡੇ ਰੋਟੇਟਰ ਮਸਲਸ ਦੇ ਵਾਸਤੇ। ਪ੍ਰੋਪਰ ਰੋਟੇਟਰ ਕਫ ਮਸਲ ਨੂੰ ਟ੍ਰੇਨ ਕਰੋ ਤੁਸੀਂ, ਰੋਟੇਟਰ ਕਫ ਮਸਲ ਦੀ ਟ੍ਰੇਨਿੰਗ ਹੋਊਗੀ। ਇਹਨਾਂ ਨੇ ਤੁਹਾਡਾ ਜੋ ਐਕਸਰਸਾਈਜ਼ ਦੇ ਵਿੱਚ ਜਿੰਨਾ ਵੀ weight ਚੱਕਣਾਗਾ ਉਹਨੂੰ ਸਟੇਬਲ ਰੱਖਣਾਗਾ, ਉਹਨੂੰ ਇੰਜਰੀ ਹੋਣ ਦੇ ਵਿੱਚ ਬਹੁਤ ਘੱਟ ਚਾਂਸਸ ਰਹਿ ਜਾਂਦੇ ਨੇ ਫਿਰ ਤੁਹਾਡੇ। ਫੇਸ ਪੁੱਲ ਐਕਸਰਸਾਈਜ਼ ਨੂੰ ਆਪਣਾ ਇਸ ਤਰੀਕੇ ਨਾਲ ਐਡ ਕਰੋ। ਸਕੈਪੂਲਾ ਵਾਲੀਆਂ ਐਕਸਰਸਾਈਜ਼ਸ ਹੋ ਗਈਆਂ, ਸਕੈਪੂਲਾ ਦੀ ਸਟੇਬਿਲਿਟੀ ਬਣਾਉਣ ਵਾਸਤੇ ਕਰੋ। ਤੇ ਜੋ ਤੁਸੀਂ ਪ੍ਰੈਸਸ ਕਰ ਰਹੇ ਹੋਗੇ, ਸ਼ੋਲਡਰ ਪ੍ਰੈਸ ਵਗੈਰਾ ਕਰ ਰਹੇ ਹੋਗੇ, ਉਹਨੂੰ ਤੁਸੀਂ ਕੋਸ਼ਿਸ਼ ਕਰੋ ਕਿ ਸਹੀ ਤਰੀਕੇ ਨਾਲ ਕਰੋ, ਉਹਦੇ ਵਿੱਚ ਆਪਦੇ ਸਕੈਪੂਲਾ ਮਸਲ ਦੇ ਉੱਤੇ ਲੋਡ ਨਾ ਪੈਣ ਦਿਓ। ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਬਾਲ ਹੈ, ਇੱਕ ਸੌਕਟ ਹੈ, ਸੌਕਟ ਦੇ ਵਿੱਚ ਇੱਕ ਬਾਲ ਲੱਗੀ ਹੋਈ ਹੈ ਤੇ ਇਹਨੂੰ ਸਿਰਫ ਤੇ ਸਿਰਫ ਇਕੱਲਾ ਮਸਲਸ ਦਾ ਹੀ ਸਪੋਰਟ ਹੁੰਦਾ। ਤੁਹਾਡੇ ਕਿਸੇ ਵੀ ਮੋਢੇ ਦੇ ਇੱਕ ਮਸਲ ਦੇ ਵਿੱਚ ਕੋਈ ਇੰਜਰੀ ਹੋ ਗਈ ਤਾਂ ਤੁਹਾਨੂੰ ਪੂਰੀ ਉਮਰ ਉਹ ਇੰਜਰੀ ਚੱਲਣ ਦੇ ਚਾਂਸਸ ਹੁੰਦੇ ਨੇ ਜੇ ਤੁਹਾਨੂੰ ਟ੍ਰੀਟਮੈਂਟ ਸਹੀ ਨਹੀਂ ਮਿਲਦਾ। ਤਾਂ ਜੇ ਕੋਸ਼ਿਸ਼ ਕਰੋ ਕਿ ਇੰਜਰੀ ਆਪਾਂ ਆਉਣ ਹੀ ਨਹੀਂ ਦੇਣੀ। ਹੋਰ ਇਦਾਂ ਦੀਆਂ ਵੀਡੀਓਜ਼ ਦੇਖਣ ਵਾਸਤੇ ਡਾਕਟਰ ਜਸ ਫਿਟਨੈਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਹ ਵੀਡੀਓ ਲੰਬੀ ਹੋਈ ਹੈ ਤਾਂ ਕਰਕੇ ਜੋ ਕੋਰ ਵਾਲਾ ਤੇ ਨੀ ਵਾਲਾ ਇਹ ਪਾਰਟ ਹੈਗਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ ਜੀ।